ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਤੋ ਸੰਗਤ ਜੀ, ਅੱਜ ਜਿਹੜਾ ਵਿਸ਼ਾ ਆਪਾਂ ਲੈ ਰਹੇ ਹਾਂ ਉਹ ਬੜਾ ਅਹਿਮ ਵਿਸ਼ਾ ਹੈ ਔਰ ਅੱਜ ਕੱਲ੍ਹ ਦਿਨ ਵੀ ਉਹੀ ਚੱਲ ਰਹੇ ਨੇ। ਆਪ ਜੀ ਨੂੰ ਪਤਾ ਹੈ ਕਿ 20 ਦਸੰਬਰ ਤੋਂ 28 ਦਸੰਬਰ ਤੱਕ ਆਪਾਂ ਇਹਨਾਂ ਨੂੰ ਸ਼ਹੀਦੀ ਪੰਦਰਵਾੜਾ ਦੇ ਨਾਮ ਦਿੰਦੇ ਹਾਂ, ਸਿੱਖ ਪੰਥ ਵੀ। ਔਰ ਕੱਲ੍ਹ ਹੀ ਮੈਂ ਇੱਕ ਵਿਚਾਰਵਾਨ ਨੂੰ ਸੁਣ ਰਿਹਾ ਸਾਂ, ਉਹਨਾਂ ਨੇ ਜਿਹੜੀ ਗੱਲ ਕਹੀ, ਉਹ ਕਹਿੰਦੇ ਵੀ ਦੁਨੀਆ ਦੇ ਟੋਟਲ ਜਿੰਨੀਆਂ ਸੈਕਰੀਫਾਈਸਿਸ ਨੇ ਜਾਂ ਜਿੰਨੀਆਂ ਤਕਲੀਫਾਂ ਕਿਸੇ ਨੇ ਸਹੀਆਂ ਸਾਰੀ ਸੰਸਾਰ ਦੀਆਂ, ਉਹ ਇਹ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ 20 ਦਸੰਬਰ ਤੋਂ 28 ਦਸੰਬਰ ਤੱਕ ਜਿਹੜੇ ਇਹਨਾਂ ਨੇ ਜਥੇਬੰਦਕ ਤੌਰ ਤੇ, ਕੌਮੀਅਤ ਤੌਰ ਤੇ, ਪਰਿਵਾਰਕ ਤੌਰ ਤੇ ਜਿੰਨੀਆਂ ਸ਼ਹੀਦੀਆਂ ਪਾਈਆਂ ਔਰ ਜਿੰਨੇ ਕਸ਼ਟ ਚੱਲੇ ਨੇ, ਉਹਨਾਂ ਦੀ ਬਰਾਬਰੀ ਸਾਰੀ ਦੁਨੀਆ ਦੇ ਵੀ ਇਕੱਠੇ ਕਰ ਲਓ ਤੇ ਨਹੀਂ ਬਣ। ਵਾਕਈ ਇੱਕ ਐਸੀ, ਸਮਝੋ ਮੈਂ ਕਹਾਂਗਾ, ਬੇਮਿਸਾਲ ਕੁਰਬਾਨੀਆਂ ਨੇ। ਔਰ ਬੜੇ ਹੀ ਮਤਲਬ ਵੀ ਜਿਸ ਤਰ੍ਹਾਂ ਹੁਣੇ ਆਪ ਜੀ ਨੇ ਸਰਵਣੀ ਕਰੋਗੇ ਤਾਂ ਉਹਦੇ ਬਾਰੇ ਇਹਨਾਂ ਦਿਨਾਂ 'ਚ ਵਿਚਾਰ ਹੋਣੀ ਬੜੀ ਜ਼ਰੂਰੀ ਹੈ। ਤੋ ਬੜੀ ਚੰਗੀ ਗੱਲ ਹੈ ਵੀ ਅੱਜ ਸਰਜੀਤ ਸਿੰਘ ਜੀ ਨੇ ਇਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨੀ। ਤੋ ਆਓ ਆਪਾਂ ਉਹਨਾਂ ਤੋਂ ਸੁਣਦੇ ਹਾਂ ਇਹ ਜੋ ਸ਼ਹੀਦੀ ਸਾਕਾ ਖਾਸ ਕਰਕੇ ਦਸੰਬਰ ਮਹੀਨੇ ਦਾ ਜਿਹੜਾ, ਉਹਦੇ ਬਾਰੇ ਦਿੱਤੇ ਸਮੇਂ 'ਚ ਜਿੰਨੀਆਂ ਹੋ ਸਕਣਗੀਆਂ ਉਹ ਕਰਨਗੇ। ਤੋ ਉਹਨਾਂ ਨੂੰ ਬੇਨਤੀ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਨਮਾਨਯੋਗ ਗੁਰੂ ਸਵਾਰਿਓ, ਗੁਰੂ ਫਤਿਹ ਦੀ ਸਾਂਝ ਕਰ ਰਿਹਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ ਦਿਹਾੜੇ ਉਹ ਦਿਹਾੜੇ ਹਨ ਜੋ ਸਤਿਗੁਰੂ ਜੀ ਦੇ ਗੁਰੂ ਪਿਆਰੇ ਗੁਰਸਿੱਖ ਔਰ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਮਾਤਾ ਜੀ ਉਹਨਾਂ ਸ਼ਹੀਦਾਂ ਦੇ ਖੂਨ ਨਾਲ ਰੰਗੇ ਹੋਏ ਹਨ। ਸਭ ਤੋਂ ਪਹਿਲਾਂ ਇਹ ਸਾਕਾ ਸ਼ੁਰੂ ਕਰਨ ਤੋਂ ਪਹਿਲਾਂ ਸ਼ਹੀਦੀ ਵਿਰਸੇ ਦੀ ਗੱਲ ਆਪ ਜੀ ਨਾਲ ਸਾਂਝੀ ਕਰਦਾ ਹਾਂ। ਸ਼ਹੀਦ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ। ਜਿਸ ਕੌਮ ਵਿੱਚ ਸ਼ਹੀਦਾਂ ਦੀ ਗਿਣਤੀ ਜਿੰਨੀ ਜ਼ਿਆਦਾ ਹੁੰਦੀ ਹੈ, ਓਨੀ ਹੀ ਉਹ ਕੌਮ ਦਾ ਵਿਰਸਾ ਅਮੀਰ ਗਿਣਿਆ ਜਾਂਦਾ ਹੈ। ਕਿਸੇ ਕੌਮ ਦੀ ਸ਼ਕਤੀ ਜੇ ਵੇਖਣੀ ਹੈ, ਕਦੇ ਗਿਣੋ ਨਾ ਉਹਦੇ ਮਰੀਦ ਕਿੰਨੇ। ਸਗੋਂ ਅਗਲੀ ਗੱਲ ਜੋ ਸ਼ਾਇਰ ਨੇ ਲਿਖੀ, ਕਰੋ ਗਿਣਤੀ ਤੇ ਇਹ ਵੇਖੋ ਉਸ ਕੌਮ ਵਿੱਚ ਹੋਏ ਸ਼ਹੀਦ ਕਿੰਨੇ। ਇਹ ਕੌਮ ਦੀ ਤਾਕਤ ਹੈ ਤੇ ਸਿੱਖ ਕੌਮ ਦਾ ਸਮੁੱਚਾ ਇਤਿਹਾਸ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਹੋਇਆ ਮਿਲਦਾ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ, ਪਹਿਲੀ ਇੱਟ ਕੁਰਬਾਨੀ ਦੀ ਰੱਖੀ। ਔਰ ਸਤਿਗੁਰੂ ਜੀ ਨੇ ਜ਼ਬਰ ਦੇ ਖਿਲਾਫ ਸਬਰ ਨਾਲ ਲੜਨਾ ਸਿਖਾਇਆ। ਔਰ ਬਾਬਰ ਨੂੰ ਜਾਬਰ ਕਹਿ ਕੇ ਉਸ ਨੂੰ ਇਹ ਚੈਲੰਜ ਕੀਤਾ ਕਿ ਇਹ ਮਤ ਕਿਸੇ ਵੀ ਜ਼ਬਰ ਨੂੰ ਬਰਦਾਸ਼ਤ ਨਹੀਂ ਕਰੇਗਾ, ਜ਼ਬਰ ਭਾਵੇਂ ਕਿਸੇ ਵੀ ਮਨੁੱਖ ਦੇ ਉੱਤੇ ਹੁੰਦਾ ਹੋਵੇ। ਪਰ ਸਤਿਗੁਰੂ ਜੀ ਨੇ ਤਾਂ ਇਹ ਗੱਲ ਕਹੀ ਕਿ ਇਹ ਸੀਸ ਤਲੀ ਤੇ ਰੱਖਣਾ ਹੈ, ਜ਼ਬਰ ਦੇ ਖਿਲਾਫ ਜੂਝਣਾ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਰ ਨਾ ਕੀਜੈ। ਸ਼ਲੋਕ 12 ਦੇ ਵਧੀਕ ਵਿੱਚ ਗੁਰੂ ਪਾਤਸ਼ਾਹ ਬਚਨ ਕਰਦੇ ਹਨ। ਪਹਿਲਾ ਮਰਨ ਕਬੂਲ ਦੀ ਸ਼ਰਤ ਗੁਰੂ ਅਰਜਨ ਦੇਵ ਮਹਾਰਾਜ ਨੇ ਰੱਖੀ ਹੈ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਵੀ ਗੱਲ ਲਿਖੀ ਹੈ, ਰਣ ਦੇਖ ਸੂਰੇ ਚਿਤ ਉਲਾਸ। ਰਣ ਦਾ ਮੈਦਾਨ ਦੇਖ ਕੇ ਸੂਰਮਿਆਂ ਦੇ ਚਿੱਤ ਵਿੱਚ ਖੇੜਾ ਚੜ ਜਾਂਦਾ ਹੈ। ਇਹ ਪਾਤਸ਼ਾਹ ਨੇ ਸੁਭਾਅ ਦੱਸਿਆ ਸਿੱਖ ਦਾ। ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਗੱਲ ਕਹੀ ਕਿ ਸ਼ਸਤਰ ਦਾ ਵਾਰ ਸਹਿ ਕੇ ਜੋ ਸ਼ਹੀਦ ਹੁੰਦਾ ਹੈ, ਉਸ ਨੂੰ ਐਸਾ ਪਰਮ ਆਨੰਦ ਮਿਲਦਾ ਹੈ ਜੋ ਵੱਡੇ ਤੋਂ ਵੱਡੇ ਪੁੱਗੇ ਹੋਏ ਜੋਗੀ ਨੂੰ ਵੀ ਨਹੀਂ ਮਿਲਦਾ। ਪਰਮ ਜੋਗੀ ਵੀ ਉਹ ਆਨੰਦ ਨਹੀਂ ਮਾਣ ਸਕਦੇ।
ਆਏ ਹੋਏ ਮਹਿਮਾਨ ਲਈ ਦੇਗ ਤੇ ਸਿਰ ਫਿਰੇ ਆਕੀ ਲਈ ਤੇਗ ਸਿੱਖ ਦੇ ਘਰ ਸਦਾ ਤਿਆਰ ਰਹਿਣੀ ਚਾਹੀਦੀ ਹੈ। ਇਹ ਸ਼ਬਦ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਰਸਿੱਖਾਂ ਨੂੰ ਕਹੇ ਹੋਏ ਮਿਲਦੇ ਹਨ। ਸਤਿਗੁਰੂ ਜੀ ਨੇ ਵੀ ਗੱਲ ਕਹੀ ਕਿ ਧਰਮ ਜਦ ਦੁੱਧ ਛੇੜਿਆ ਜਾਵੇ ਤਾਂ ਦ੍ਰਿੜਤਾ ਰੱਖਣੀ, ਝੁਕਣਾ ਨਹੀਂ, ਅਸੂਲਾਂ ਨਾਲ ਕਦੇ ਸਮਝੌਤਾ ਨਹੀਂ ਕਰਨਾ। ਇਸ ਲਈ ਸਿੱਖ ਹੱਕ ਲਈ ਦੋ ਲੋਕ ਹਿੱਤਾਂ ਲਈ ਪਹਿਲਾਂ ਮਰਨਾ ਆਪਣਾ ਧਰਮ ਸਮਝਦਾ ਹੈ। ਸਿੱਖ ਦਾ ਇਹ ਅਸੂਲ ਹੈ ਕਿ ਉਹ ਲੋਕ ਹਿੱਤਾਂ ਲਈ ਮਰਨਾ ਆਪਣਾ ਧਰਮ ਸਮਝਦਾ ਹੈ। ਗੁਰੂ ਪਾਤਸ਼ਾਹ ਜੀ ਨੇ ਇਹ ਗੱਲ ਵੀ ਕੀਤੀ ਕਿ ਸੂਰਮੇ ਮੌਤ ਨੂੰ ਆਪਣਾ ਹੱਕ ਸਮਝਦੇ ਹਨ, ਕਿਉਂਕਿ ਇਹ ਐਸੀ ਮਰਨੀ ਹੈ ਜੋ ਪ੍ਰਵਾਨ ਹੁੰਦੀ ਹੈ। ਬਖਸ਼ਿਸ਼ ਹੈ ਗੁਰੂ ਦਰ ਦੀ ਇਹ ਸ਼ਹੀਦ ਹੋ ਜਾਣਾ। ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰੇ ਪ੍ਰਵਾਨੋ। ਇਹ 580 ਅੰਕ ਤੇ ਸਤਿਗੁਰੂ ਜੀ ਦਾ ਬਚਨ ਆਉਂਦਾ ਹੈ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਇਤਿਹਾਸ ਨੂੰ ਵੇਖਦੇ ਹਾਂ ਤੇ ਉਹਨਾਂ ਨੇ ਸਿੱਖਾਂ ਅੰਦਰ ਅਜਿਹੀ ਜੁਰਤ ਭਰ ਦਿੱਤੀ, ਇਹ ਕਹਿ ਕੇ ਕਿ ਕੋਈ ਸ਼ਾਮ ਦੀ ਤੇ ਕਾਇਰ ਨੂੰ ਮੱਥੇ ਨਾ ਲਾਵੇ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੋ ਦਿੱਲੀ ਜਾਂਦੇ ਹਨ, ਔਰੰਗਜ਼ੇਬ ਨੂੰ ਦਰਸ਼ਨਾਂ ਦੀ ਚਿੱਠੀ ਜਦੋਂ ਭੇਜਦਾ ਹੈ ਤੇ ਸਤਿਗੁਰੂ ਨੇ ਜਵਾਬ ਦਿੱਤਾ, ਕਿਉਂਕਿ ਮੈਂ ਉਸ ਮਨੁੱਖ ਦੇ ਮੱਥੇ ਨਹੀਂ ਲੱਗਦਾ ਜਿਹੜਾ ਆਪਣੇ ਪਿਓ ਦੀ ਛਾਤੀ ਤੇ ਭਰਾਵਾਂ ਦੇ ਸਿਰ ਤੇ ਪੈਰ ਰੱਖ ਕੇ ਤਖਤ ਦਾ ਵਾਰਿਸ ਬਣਿਆ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜਿਹਨੇ ਸੁੱਤੇ ਹੋਏ ਇਹ ਭਾਰਤ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਇਹ ਗੱਲ ਸਮਝਾ ਦਿੱਤੀ ਕਿ ਡਰਨ ਵਾਲਾ ਕਾਇਰ ਹੁੰਦਾ ਹੈ ਤੇ ਡਰਾਉਣ ਵਾਲਾ ਮੂਰਖ ਹੁੰਦਾ ਹੈ। ਪੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਪ ਦਾ ਸਿਧਾਂਤ ਸਤਿਗੁਰੂ ਜੀ ਨੇ ਦਿੱਤਾ। ਸਤਿਗੁਰੂ ਜੀ ਦਾ ਜੋ ਸੰਦੇਸ਼ ਸੀ, ਉਹਨਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਨੂੰ ਸ਼ਹੀਦ ਕੀਤਾ ਗਿਆ। ਗੁਰੂ ਜੀ ਨੂੰ ਚਾਂਦਨੀ ਚੌਂਕ ਵਿਖੇ ਸ਼ਹੀਦ ਕੀਤਾ। ਉਹ ਸਤਿਗੁਰੂ ਦੀ ਸ਼ਹਾਦਤ ਨਾਲ ਇਤਿਹਾਸ ਲਿਖਦਾ ਹੈ, ਦਿੱਲੀ ਹਿੱਲ ਗਈ। ਤਬ ਤੇ ਘਟੀ ਪਾਤਸ਼ਾਹ ਦਿੱਲੀ, ਤਬ ਤੇ ਤੁਰਕ ਕਲਾ ਪਈ ਢਿੱਲੀ। ਇਤਿਹਾਸਕ ਸਰੋਤਾਂ 'ਚ ਇਹ ਗੱਲ ਮਿਲਦੀ ਹੈ। ਸਤਿਗੁਰੂ ਦੀ ਸ਼ਹਾਦਤ ਨੇ ਜਦੋਂ ਕਲਗੀਧਰ ਪਾਤਸ਼ਾਹ ਜੀ ਕੋਲ ਭਾਈ ਜੇਤਾ ਜੀ ਸੀਸ ਲੈ ਕੇ ਕੀਰਤਪੁਰ ਦੀ ਨਗਰੀ ਤੇ ਪਹੁੰਚਦੇ ਹਨ, ਜਿੱਥੇ ਅੱਜ ਗੁਰਦੁਆਰਾ ਬੇਵਾਨਗੜ੍ਹ ਬਣਿਆ ਹੋਇਆ ਹੈ, ਉੱਥੇ ਮਾਤ ਗੁਜਰੀ ਜੀ ਆਪਣੇ ਪਤੀ ਦਾ ਸੀਸ ਦੇਖਦੇ ਹਨ ਤੇ ਹੱਥ ਜੋੜ ਕੇ ਕਹਿੰਦੇ ਹਨ, ਗੁਰਦੇਵ ਤੁਹਾਡੀ ਨਿਭ ਗਈ, ਬਖਸ਼ਿਸ਼ ਕਰਨਾ, ਮੇਰੀ ਵੀ ਸਿੱਖੀ ਇਸੇ ਤਰ੍ਹਾਂ ਕੇਸਾਂ ਸਵਾਸਾਂ ਨਾਲ ਨਿਭ ਜਾਏ। ਇੱਕ ਸੀਸਗੰਜ ਹੈ ਜਿੱਥੇ ਸਤਿਗੁਰੂ ਜੀ ਦੀ ਸ਼ਹਾਦਤ ਹੋਈ। ਇੱਕ ਸੀਸਗੰਜ ਹੈ ਜਿੱਥੇ ਸਤਿਗੁਰੂ ਦੇ ਸੀਸ ਦਾ ਸੰਸਕਾਰ ਕੀਤਾ ਗਿਆ। ਇਸ ਦੇ ਸਾਹਮਣੇ ਗੁਰਦੁਆਰਾ ਅਕਾਲ ਬੁੰਗਾ ਹੈ, ਜਿੱਥੇ ਕਲਗੀਧਰ ਪਾਤਸ਼ਾਹ ਨੇ ਪਹਿਲੀ ਵਾਰੀ ਖੜੇ ਹੋ ਕੇ ਗੁਰਸਿੱਖਾਂ ਨੂੰ ਸੰਬੋਧਨ ਕੀਤਾ ਔਰ ਸਤਿਗੁਰੂ ਜੀ ਦੇ ਸੰਬੋਧਨ ਨਾਲ ਅਨੰਦਪੁਰ ਵੱਲ ਸਿੱਖਾਂ ਦੀਆਂ ਵਹੀਰਾਂ ਇਕੱਠੀਆਂ ਹੋਈਆਂ। ਸੂਰਮੇ ਅਨੰਦਪੁਰ ਦੀ ਧਰਤੀ ਤੇ ਮੁੱਕਣ ਲੱਗੇ, ਕੌਮ ਜਾਗ ਪਈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਰਦੇ ਮਨਾਂ ਦੇ ਅੰਦਰ ਇੱਕ ਨਵੇਂ ਖਿਆਲ ਪੈਦਾ ਕੀਤੇ। ਕੌਮ ਦੀ ਚੜ੍ਹਦੀ ਕਲਾ ਦਾ ਅੰਦਾਜ਼ਾ ਉਸ ਗੱਲ ਤੋਂ ਲੱਗ ਜਾਂਦਾ ਹੈ ਜਦੋਂ ਰਾਜਾ ਭੀਮ ਚੰਦ ਨੇ ਸਤਿਗੁਰੂ ਨੂੰ ਸੁਨੇਹਾ ਭੇਜਿਆ ਕਿ ਮੈਂ ਪੁੱਤਰ ਦੇ ਵਿਆਹ ਤੇ ਜਾਣਾ, ਮੈਨੂੰ ਬਰਾਤ ਲਿਜਾਣ ਦੀ ਇਜਾਜ਼ਤ ਦਿੱਤੀ ਜਾਏ। ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਜਵਾਬ ਸੀ, ਉਹਨੂੰ ਪਤਾ ਸੀ ਕਿ ਇਹਦੀ ਨੀਅਤ ਠੀਕ ਨਹੀਂ, ਤੇ ਉਹਨਾਂ ਨੇ ਕਿਹਾ ਸੀ, ਪੁੱਤਰ ਦੇ ਵਿਆਹ ਤੇ ਜਾ ਰਿਹਾ ਹੈ, ਇੱਥੇ ਵੀ ਤੇਰੇ ਵਾਸਤੇ ਇੱਕ ਜ਼ਿਆਰਤ ਤਿਆਰ ਕੀਤੀ ਗਈ ਹੈ, ਜਿੱਥੇ ਥਾਲਾਂ ਦੀ ਥਾਂ ਤੇ ਢਾਲਾਂ ਹਨ, ਜਿੱਥੇ ਦੇਗਾਂ ਦੀ ਥਾਂ ਤੇ ਦੇਗਾਂ ਤੇ ਕੜਛੀਆਂ ਦੀ ਥਾਂ ਤੇ ਤਲਵਾਰਾਂ ਹਨ, ਲੱਡੂਆਂ ਦੀ ਥਾਂ ਤੇ ਗੋਲੇ ਹਨ, ਤੇ ਜਲੇਬੀਆਂ ਦੀ ਥਾਵੇਂ ਪੱਥਿਆਂ ਚੋਂ ਛੂਕਦੇ ਹੋਏ ਤੀਰ ਹਨ, ਜੋ ਇੱਥੇ ਹਨ। ਭਗਾਣੀ ਦਾ ਯੁੱਧ ਹੋਇਆ, ਸਿੱਖਾਂ ਨੇ ਬੇਕਮਾਲ ਬੇਮਿਸਾਲ ਬਹਾਦਰੀ ਉਸ ਯੁੱਧ ਵਿੱਚ ਦਿਖਾਈ। ਪੰਥ ਦੀ ਜਿੱਤ ਹੋਈ, ਵਿਰੋਧੀ ਦੁਸ਼ਮਣ ਦੀਆਂ ਫੌਜਾਂ ਨੂੰ ਨੱਚਦਿਆਂ ਕੋਈ ਰਾਹ ਨਾ ਲੱਭਾ। 11 ਹੋਰ ਜੰਗਾਂ ਹੋਈਆਂ। ਇਹ ਅਸੀਂ ਕਹਿ ਸਕਦੇ ਹਾਂ ਕਿ ਆਨੰਦਪੁਰ ਦੇ ਵਿੱਚ ਕੁੱਲ ਮਿਲਾ ਕੇ 14 ਜੰਗਾਂ ਦਾ ਜ਼ਿਕਰ ਆਉਂਦਾ ਹੈ। ਇਤਿਹਾਸਕਾਰਾਂ ਨੇ ਕਿਸੇ ਨੇ 17 ਵੀ ਲਿਖਿਆ, ਦੇ ਚੱਕਰ 'ਚ ਪੈਣ ਦੀ ਲੋੜ ਨਹੀਂ। ਛੋਟੀਆਂ ਮੋਟੀਆਂ
ਜਿੰਨੀਆਂ ਵੀ ਜੰਗਾਂ ਹੋਈਆਂ ਆਨੰਦਪੁਰ ਦੀ ਧਰਤੀ ਨੂੰ ਕੋਈ ਝੁਕਾ ਨਹੀਂ ਸਕਿਆ। ਤੇ ਖੰਡੇ ਬਾਟੇ ਦੀ ਪਹੁਲ ਛੱਕ ਕੇ ਸਿੱਖ ਬਣ ਗਏ, ਸਿੱਖ ਸਿੰਘ ਬਣ ਗਏ। ਬਾਬਾ ਜ਼ੋਰਾਵਰ, ਬਾਬਾ ਫਤਿਹ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ, ਜਦੋਂ ਅਸੀਂ ਇਹਨਾਂ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਚਾਰੇ ਸਾਹਿਬਜ਼ਾਦਿਆਂ ਦੇ, ਤੇ ਇਹ ਜਦੋਂ ਬਾਬਾ ਜ਼ੋਰਾਵਰ ਸਿੰਘ ਗੋਦ ਵਿੱਚ ਬੈਠ ਕੇ, ਗੁਰੂ ਦੀ ਗੋਦ ਵਿੱਚ ਬੈਠ ਕੇ ਅਜੀਤ ਸਿੰਘ ਜੀ ਨੂੰ ਵਾਰ ਕਰਦਿਆਂ ਤੇ ਵਾਰ ਰੋਕਦਿਆਂ ਹੋਇਆ ਵੇਖਦੇ, ਤੇ ਦੁਨੀਆ ਦੇ ਆਸ-ਪਾਸ ਦੇ ਲੋਕ ਵੀ ਆਸ਼ਸ਼ ਕਰ ਉੱਠਦੇ। ਜੁਝਾਰ ਸਿੰਘ ਜੀ ਦੌੜ ਕੇ ਉਹ ਸੁੱਟੇ ਹੋਏ ਤੀਰ ਚੁੱਕ ਕੇ ਲਿਆਉਂਦੇ। ਇਹ ਵਿਰਸਾ ਸੀ ਜੋ ਸਾਹਿਬਜ਼ਾਦਿਆਂ ਨੂੰ ਪ੍ਰਾਪਤ ਹੋਇਆ, ਔਰ ਜਿਸ ਵਿਰਸੇ ਦੇ ਖਾਤਰ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਮ ਪੀਤਾ। ਇਹ ਮੈਂ ਸਿਰਫ ਇਤਿਹਾਸ ਆਪ ਜੀ ਦੇ ਨਾਲ ਥੋੜਾ ਜਿਹਾ ਸਾਂਝਾ ਕੀਤਾ ਹੈ, ਤਦ ਕਿ ਸਾਨੂੰ ਇਹਦੇ ਬਾਰੇ ਜਾਣਕਾਰੀ ਜਿਹੜੀ ਹੈ ਮਿਲ ਸਕੇ। ਅਸੀਂ ਹੁਣ ਵਿਚਾਰ ਕਰਦੇ ਹਾਂ ਅਨੰਦਪੁਰ ਸਾਹਿਬ ਦਾ ਉਹ ਘੇਰਾ ਜੋ ਤਕਰੀਬਨ 8 ਕੁ ਮਹੀਨੇ ਮੁਗਲ ਫੌਜਾਂ ਨੇ, ਪਹਾੜੀ ਰਾਜਿਆਂ ਨੇ ਇਸ ਅਨੰਦਪੁਰ ਨੂੰ ਘੇਰੀ ਰੱਖਿਆ। ਜਦੋਂ ਅਨੰਦਪੁਰ ਨੂੰ ਕੋਈ ਝੁਕਾ ਨਾ ਸਕਿਆ, ਤੇ ਕਿਸੇ ਤਰ੍ਹਾਂ ਉਹਨਾਂ ਨੇ ਜੁਗਤ ਬਣਾਈ ਕਿ ਕਿਸੇ ਢੰਗ ਨਾਲ ਕਲਗੀਧਰ ਪਾਤਸ਼ਾਹ ਨੂੰ ਅਨੰਦਪੁਰ ਤੋਂ ਕੱਢ ਕੇ ਆਪਣੀ ਜਾਨ ਨੂੰ ਬਚਾਇਆ ਜਾਵੇ, ਇੱਜ਼ਤ ਬਚਾਈ ਜਾਵੇ। ਸ਼ਾਹੀ ਜਰਨੈਲਾਂ ਤੇ ਰਾਜਿਆਂ ਦੀਆਂ ਚਿੱਠੀਆਂ ਗੁਰੂ ਜੀ ਵੱਲ ਲਿਖੀਆਂ ਗਈਆਂ। ਰਾਜਿਆਂ ਤੇ ਸ਼ਾਹੀ ਜਰਨੈਲਾਂ ਨੇ ਇੱਕ ਚਿੱਠੀ ਲਿਖ ਕੇ ਗੁਰੂ ਮਹਾਰਾਜ ਵੱਲ ਭੇਜੀ। ਚਿੱਠੀ ਲੈ ਕੇ ਪੰਡਤ ਇੱਕ ਸੈਯਦ ਗਏ। ਪੰਡਤ ਕੋਲ ਇੱਕ ਥਾਲ ਵਿੱਚ ਰੱਖੀ ਹੋਈ ਆਟੇ ਦੀ ਗਊ ਤੇ ਸਾਲਗ੍ਰਾਮ, ਤੇ ਸੈਯਦ ਕੋਲ ਕੁਰਾਨ ਸ਼ਰੀਫ। ਦੋਵਾਂ ਨੇ ਕਸਮਾਂ ਖਾ ਕੇ ਮਹਾਰਾਜ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਅਸੀਂ ਜਾਣਦੇ ਹਾਂ ਕਿ ਹਜ਼ੂਰ ਦੇ ਦਿਲ ਵਿੱਚ ਕਿਸੇ ਵਾਸਤੇ ਕੋਈ ਵੈਰ ਵਿਰੋਧ ਨਹੀਂ ਹੈ। ਗਲਤੀ ਰਾਜਿਆਂ ਦੀ ਸੀ, ਪਰ ਉਹਨੇ ਸ਼ਾਹੀ ਵਿਕਾਰ ਦਾ ਸਵਾਲ ਬਣ ਗਿਆ ਹੈ। ਆਪ ਸਾਡੀ ਬੇਨਤੀ ਨੂੰ ਮੰਨ ਲਵੋ ਤੇ ਬਿਨਾਂ ਕਿਸੇ ਦੇਰੀ ਦੇ ਅਨੰਦਪੁਰ ਨੂੰ ਖਾਲੀ ਕਰ ਦਿਓ। ਤੁਹਾਨੂੰ ਇਸ ਢੰਗ ਕਰਨ ਦੇ ਨਾਲ ਸ਼ਾਹੀ ਜਰਨੈਲਾਂ ਦੀ ਇੱਜ਼ਤ ਵੀ ਬਚ ਜਾਏਗੀ, ਰਾਜਿਆਂ ਦੀ ਇੱਜ਼ਤ ਵੀ ਬਚ ਜਾਏਗੀ, ਤੇ ਪਹਾੜੀ ਰਾਜੇ ਜਿਹੜੇ ਹਨ ਉਹ ਵੀ ਸੁਰਖਰੂ ਜੇ ਹੋ ਜਾਣਗੇ। ਬਿਨਾਂ ਕਿਸੇ ਕਾਰਨ ਦੇ ਇਨਸਾਨੀ ਲਹੂ ਡੁੱਲੀ ਜਾਣਾ ਇਹ ਵੀ ਬੰਦ ਹੋ ਜਾਏਗਾ। ਕੁਝ ਦਿਨਾਂ ਵਾਸਤੇ ਆਪ ਅਨੰਦਪੁਰ ਛੱਡ ਜਾਓ, ਫਿਰ ਬੇਸ਼ੱਕ ਆਪ ਜੀ ਵਾਪਸ ਆ ਜਾਣਾ। ਹਿੰਦੂ ਰਾਜਿਆਂ ਨੂੰ ਗਊ ਦੀ ਕਸਮ ਹੈ ਤੇ ਮੁਸਲਮਾਨ ਜਰਨੈਲਾਂ ਨੂੰ ਕੁਰਾਨ ਸ਼ਰੀਫ ਦੀ ਕਸਮ ਹੈ, ਆਪ ਜੀ ਨੂੰ ਕੁਝ ਨਹੀਂ ਕਹਿਣਗੇ। ਸਤਿਗੁਰੂ ਜੀ ਨੇ ਤੇ ਗੱਲ ਸਾਰੀ ਸਮਝ ਲਈ, ਪਰ ਇੱਥੇ ਮੈਂ ਇੱਕ ਗੱਲ ਹੋਰ ਜ਼ਰੂਰੀ ਸਪਸ਼ਟ ਕਰਨੀ ਚਾਹੁੰਦਾ ਹਾਂ। ਕੁਝ ਵਿਦਵਾਨਾਂ ਨੇ, ਕੁਝ ਲਿਖਾਰੀਆਂ ਨੇ ਇਹ ਗੱਲ ਲਿਖ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਧੋਖਾ ਕੀਤਾ ਗਿਆ। ਗੁਰੂ ਕੇ ਪਿਆਰ ਵਾਲਿਓ, ਜਿਹੜਾ ਇਨਸਾਨ, ਜਿਹੜਾ ਗੁਰੂ ਘਟ ਕੀ ਜਾਣਨਹਾਰਾ ਹੈ, ਉਸ ਨਾਲ ਧੋਖਾ ਨਹੀਂ ਹੋ ਸਕਦਾ। ਔਰੰਗਜ਼ੇਬ ਵੱਲੋਂ ਭੇਜੀ ਹੋਈ ਚਿੱਠੀ ਵੀ, ਜਿਸ ਵਿੱਚ ਉਹ ਲਿਖ ਕੇ ਭੇਜਦਾ ਹੈ, ਜੋ ਜਲਾਲੁਦੀਨ ਦੇ ਉਸ ਖਾਨਦਾਨ ਦੇ ਵਿੱਚੋਂ ਉਹਦਾ ਤਕਰੀਬਨ ਪੋਤਰਾ ਇਤਿਹਾਸਕਾਰਾਂ ਨੇ ਲਿਖਿਆ ਲੈ ਕੇ ਪਹੁੰਚਦਾ ਹੈ। ਜਲਾਲੁਦੀਨ ਉਹੀ ਜਿਹੜਾ ਜਲਾਦ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਸੀ। ਸਮਾਣੇ ਤੋਂ ਲੈ ਕੇ ਉਹਦੇ ਥਰੂ ਚਿੱਠੀ ਭੇਜੀ ਜਾਂਦੀ ਹੈ। ਉਹਦੇ ਵਿੱਚ ਉਹ ਲਿਖਦਾ ਹੈ ਕਿ ਤੁਸੀਂ ਅਨੰਦਪੁਰ ਖਾਲੀ ਕਰ ਦਿਓ ਔਰ ਮੈਨੂੰ ਦੀਨੇ ਕਾਂਗੜ ਦੇ ਸਥਾਨ ਤੇ ਆ ਕੇ ਮੇਰੀ ਮੁਲਾਕਾਤ ਕਰੋ, ਆਪਾਂ ਉੱਥੇ ਮਿਲਦੇ ਹਾਂ, ਬੈਠ ਕੇ ਵਿਚਾਰਾਂ ਕਰਾਂਗੇ। ਇਹ ਤੁਹਾਡੇ ਤੇ ਮੇਰੇ ਜੋ ਆਪਸੀ ਗਲਤ ਫਹਿਮੀਆਂ ਹਨ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਹੁਣ ਸਵਾਲ ਇਸ ਗੱਲ ਦਾ ਨਹੀਂ ਸੀ ਕਿ ਸਤਿਗੁਰੂ ਜੀ ਨੇ ਇਹ ਚਿੱਠੀ ਕਿਉਂ ਭੇਜੀ ਜਾਂ ਕਿਉਂ ਪੜ੍ਹੀ ਜਾਂ ਕੀ ਕੀਤਾ। ਸਵਾਲ ਇਹ ਸੀ, ਸਤਿਗੁਰੂ ਇਹ ਜਾਣਦੇ ਸਨ ਕਿ ਇਹ ਮਸਲਾ ਧਰਮ ਦਾ ਹੈ। ਅਗਰ ਅੱਜ ਇਸ ਗੱਲ ਨੂੰ ਇਨਕਾਰ ਕਰ ਦਿੱਤਾ ਗਿਆ ਤੇ ਦੁਨੀਆ ਦੇ ਲੋਕਾਂ ਵਿੱਚੋਂ ਧਰਮ ਦੀ ਜਿਹੜੀ ਮਹਾਨਤਾ ਹੈ ਖਤਮ ਹੋ ਜਾਏਗੀ। ਨਾ ਕੋਈ ਕੁਰਾਨ ਸ਼ਰੀਫ ਦੀ ਗੱਲ ਸੁਣੇਗਾ। ਇਹ ਗੱਲ ਕੇਵਲ ਕੁਰਾਨ ਸ਼ਰੀਫ ਦੀ ਨਹੀਂ ਸੀ, ਨਾ ਹੀ ਇਹ ਗਊ ਮਾਤਾ ਦੀ ਸੀ। ਇਹ ਗੱਲ ਤਾਂ ਧਰਮ ਤੇ ਵੀ ਅਕਾਇਦੇ ਸੀ। ਤਾਂ ਕਲਗੀਧਰ ਪਾਤਸ਼ਾਹ ਨੇ ਉਹਨਾਂ ਦੇ ਧਰਮ ਨੂੰ, ਜਿਹੜੀ ਜ਼ਫਰਨਾਮੇ ਵਿੱਚ ਬਾਅਦ ਜਾ ਕੇ ਸਤਿਗੁਰੂ ਜੀ ਨੇ ਉਹ ਸ਼ੇਰ ਲਿਖੇ ਹਨ ਕਿ ਮੈਂ ਤੇਰੇ ਧਰਮ ਨੂੰ ਕਾਇਮ ਰੱਖਣ ਦੇ ਲਈ ਇਹ ਜਿਹੜਾ ਸੀ ਅਨੰਦਪੁਰ ਦਾ ਕਿਲ੍ਹਾ ਖਾਲੀ ਕੀਤਾ, ਪਰ ਤੂੰ ਬੇਈਮਾਨ ਤੇ ਮੈਂ ਤੇਰੇ ਉਸ ਧਰਮ ਦੀ ਰਾਖੀ ਕਰਨ ਵਾਲਾ ਸੀ ਜਿਨ੍ਹਾਂ ਨੇ ਤੇਰੇ ਕੁਰਾਨ ਦੇ ਇੱਜ਼ਤ ਨੂੰ ਰੱਖਿਆ, ਤਦ ਕਿ ਲੋਕ ਕੁਰਾਨ ਦੇ ਉੱਤੇ ਵਿਸ਼ਵਾਸ ਕਰਨਾ ਬੰਦ ਨਾ ਕਰ ਦੇਣ। ਇਹ ਸ਼ੇਰ ਗੁਰੂ ਪਾਤਸ਼ਾਹ ਜੀ ਨੇ ਲਿਖੇ ਹਨ। ਤੋ ਇਹ ਅਨੰਦਪੁਰ ਸਾਹਿਬ ਛੱਡਣਾ
ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਹੁੰਦਾ ਹੈ 6 ਤੇ 7 ਪੋਹ ਦੀ ਵਿਚਕਾਰਲੀ ਰਾਤ ਨੂੰ ਸੰਨ 1704 ਵਿੱਚ। ਤਰੀਕਾਂ ਦਾ ਗੇੜ-ਮੇੜ ਹੋ ਸਕਦਾ ਹੈ, ਮੈਂ ਬਹੁਤਾ ਤਰੀਕਾਂ ਦੇ ਚੱਕਰ 'ਚ ਆਪ ਜੀ ਨਾਲ ਨਹੀਂ ਪਵਾਂਗਾ, ਕਿਉਂਕਿ ਸਮਾਂ ਓਨਾ ਕੀ ਹੈ ਜਿਹਦੇ 'ਚ ਮੈਂ ਵਿਚਾਰ ਕਰਨੀ ਹੈ ਤੁਹਾਡੇ ਨਾਲ। ਸਤਿਗੁਰੂ ਜੀ ਦੇ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਪਹਿਲਾਂ ਇਹ ਪਰਖਣ ਦੇ ਲਈ ਪਹਿਲਾਂ ਵੀ ਭੇਜਿਆ। ਮੈਂ ਉਹ ਵੀ ਇਤਿਹਾਸ ਆਪ ਜੀ ਨਾਲ ਸਾਂਝਾ ਨਹੀਂ ਕਰ ਰਿਹਾ, ਤਦ ਕਿ ਇਹ ਇਤਿਹਾਸ ਨੂੰ ਅਸੀਂ ਅੱਗੇ ਅੱਗੇ ਨੂੰ ਤੁਰਦੇ ਹਾਂ। ਹਾਂ, ਇੱਕ ਗੱਲ ਜ਼ਰੂਰ ਕਰਨੀ ਚਾਹੁੰਦਾ ਹਾਂ ਵੀ ਜਿਹੜੀ ਇਤਿਹਾਸ ਦੀ ਗੱਲ ਮੈਨੂੰ ਜ਼ਰੂਰ ਚੁਭਦੀ ਹੈ। ਕੁਝ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਜੇ ਸਤਿਗੁਰੂ ਜੀ ਸਿੱਖਾਂ ਨੇ ਕਿਹਾ ਇਹਨੂੰ ਕਿਲ੍ਹਾ ਖਾਲੀ ਕਰ ਨਾ ਕੀਤਾ ਤਾਂ ਅਸੀਂ ਵਿਦਾਵਾ ਦੇ ਦਿਆਂਗੇ, ਵਿਦਾਵਾ ਲਿਖ ਕੇ ਚਲੇ ਜਾਵਾਂਗੇ। ਵੀ ਮੈਂ ਇੱਕ ਗੱਲ ਇੱਥੇ ਹੋਰ ਕਰਨੀ ਚਾਹੁੰਦਾ ਵੀ ਇਹ ਉਹ ਸਰੋਤਾਂ ਵਿੱਚੋਂ ਲਿਖਿਆ ਗੱਲ ਮਿਲਦੀ ਹੈ ਜਿਨ੍ਹਾਂ ਸਰੋਤਾਂ ਵਿੱਚ ਮਾਤਾ ਗੁਜਰੀ ਜੀ ਨੇ ਲਿਖ ਕੇ ਵਿਦਾਵੇ ਦੀ ਗੱਲ, ਮਾਤਾ ਗੁਜਰੀ ਜੀ ਵੱਲੋਂ ਵਿਦਾਵਾ ਵੀ ਲਿਖਿਆ ਦਿੱਤਾ ਗਿਆ ਹੈ, ਉਹਦੇ ਨਾਲ ਹੀ ਗੱਲ ਲਿਖੀ ਗਈ ਹੈ। ਤਾਂ ਉਹਦੇ 'ਚ ਗੱਲ ਲਿਖੀ ਗਈ ਹੈ, ਕੋਪ ਭਈ ਮਨ ਮਾਤ ਵਡੇਰੀ, ਲਿਖਿਓ ਵਿਦਾਵਾ ਹੋ ਜਨਮ ਨਾ ਤੇਰੀ। ਇਹ ਲੰਬੀ ਚਿੱਠੀ ਹੈ, ਲੰਬਾ ਹੈ, ਤਾਂ ਮੈਂ ਸਿਰਫ ਉਸ ਵਿੱਚ ਉਹ ਲਾਈਨਾਂ ਹੀ ਤੁਹਾਨੂੰ ਸੁਣਾ ਰਿਹਾ ਹਾਂ ਵੀ ਮਾਤਾ ਗੁਜਰੀ ਜੀ ਨੇ ਵੀ ਕਹਿ ਦਿੱਤਾ ਵੀ ਜੇ ਤੁਸੀਂ ਅਨੰਦਪੁਰ ਦਾ ਖਾਲੀ ਨਹੀਂ ਕਰਨਾ, ਕੋਪ ਦਾ ਮਤਲਬ ਗੁੱਸੇ ਵਿੱਚ ਆ ਕੇ, ਤੇ ਇਹ ਗੱਲ ਕਹਿ ਦਿੱਤੀ। ਮਨ ਮਾਤ ਵਡੇਰੀ, ਮਨ ਵਿੱਚ ਗੁੱਸਾ ਆਇਆ ਤੇ ਵੱਡੀ ਮਾਤਾ ਗੁਜਰ ਕੌਰ ਜੀ ਨੇ ਇਹ ਗੱਲ ਕਹਿ ਦਿੱਤੀ, ਲਿਖਿਓ ਵਿਦਾਵਾ ਹੋ ਜਨਨਾ ਤੇਰੀ, ਮੈਂ ਤੇਰੀ ਜਨਨੀ ਨਹੀਂ ਹੈਗੀ, ਮੈਂ ਤੇਰੀ ਮਾਂ ਨਹੀਂ, ਜੇ ਤੂੰ ਅਨੰਦਪੁਰ ਦਾ ਕਿਲ੍ਹਾ ਖਾਲੀ ਨਹੀਂ ਕਰਨਾ। ਤਾਂ ਹੁਣ ਇੱਥੇ ਇਹ ਸਰੋਤ ਜੇ ਇਹੋ ਹੀ ਗੱਲ ਲਿਖਦੇ ਨੇ ਤੇ ਕੀ ਮਾਤ ਗੁਜਰੀ ਇਹ ਗੱਲ ਲਿਖ ਸਕਦੀ ਹੈ? ਹੁਣ ਆਪਣੇ ਦਿਮਾਗ ਵਿੱਚ ਇਹ ਗੱਲਾਂ ਲਿਆਓ। ਉਸੇ ਸਰੋਤ ਵਿੱਚ, ਬਿਲਕੁਲ ਜਿਸੇ ਸਰੋਤ ਵਿੱਚ ਇਹ ਵਿਦਾਵੇ ਦੀ ਗੱਲ ਲਿਖੀ ਗਈ ਹੈ, ਕਿਉਂਕਿ ਇਸ ਸਰੋਤ ਦੀ ਗੱਲ ਵੀਰ ਪ੍ਰਭ ਕੀਰਤਨ ਸਿੰਘ ਜੀ ਆਪ ਜੀ ਨਾਲ ਸਾਂਝੀ ਕਰ ਰਹੇ ਹਨ। ਇਹ ਅੱਗੇ ਉਹਨਾਂ ਦਾ ਵਿਸ਼ਾ ਆਉਣ ਵਾਲਾ ਹੈ, ਮੈਂ ਇਸ ਨੂੰ ਬਹੁਤ ਸਾਰਾ ਇਹ ਵਿਸਥਾਰ ਨਹੀਂ ਦਿੰਦਾ, ਲੇਕਿਨ ਇੰਨੀ ਕੁ ਗੱਲ ਇਹ ਕਰਨੀ ਚਾਹੁੰਦਾ ਹਾਂ ਵੀ ਇਹ ਵਿਦਾਵੇ ਦੀ ਸਾਖੀ ਮੰਨ ਲੈਣੀ ਜਾਂ ਕਿਸ ਤਰ੍ਹਾਂ ਹੋ ਜਾਣਾ, ਇਹ ਕੋਈ ਗੱਲ ਉਹਦੀ ਦੀ ਹੈ ਬਣਦੀ ਨਜ਼ਰ ਨਹੀਂ ਆਉਂਦੀ। ਹੁਣ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਖਾਲੀ ਕੀਤਾ। ਕੁਝ ਲੋਕ ਇਹ ਇਤਿਹਾਸਕਾਰ ਨੇ ਲਿਖਦਾ ਵਹੀਰ ਇਕੱਠਾ ਹੋ ਕੇ ਨਿਕਲ ਗਿਆ। ਭਲੇ ਉਹ ਕਲਗੀਧਰ ਪਾਤਸ਼ਾਹ ਗਿਆਤਾ ਸਨ ਰਣ ਦੇ, ਉਹਨਾਂ ਨੂੰ ਪਤਾ ਸੀ ਰਣ ਕਿਵੇਂ ਲੜੀਦਾ ਹੈ। ਕਲਗੀਧਰ ਪਾਤਸ਼ਾਹ ਵਰਗਾ ਯੁੱਧ ਨੀਤੀਵਾਨ ਕੋਈ ਹੋਇਆ ਹੀ ਨਹੀਂ ਹੈ। ਇਤਿਹਾਸਕਾਰ ਸਾਰੇ ਲਿਖਦੇ ਹਨ ਵੀ ਇਹਨੇ ਇੱਕ ਮੁੱਠੀ ਪਰ ਸਿੰਘਾਂ ਦੇ ਨਾਲ 10 ਲੱਖ ਦੇ ਵੈਰੀ ਦਾ ਆ ਕੇ ਲੜਨਾ ਇੱਕ ਨੀਤੀ ਤੋਂ ਬਿਨਾਂ ਲੜਿਆ ਨਹੀਂ ਜਾ ਸਕਦਾ। ਪਰ ਇਤਿਹਾਸਕਾਰਾਂ ਨੇ ਗੱਲ ਮੰਨੀ ਹੈ ਕਿ ਕਲਗੀਧਰ ਪਾਤਸ਼ਾਹ ਵਰਗਾ ਕੋਈ ਵੀ ਯੋਧਾ ਰਣਨੀਤੀਵਾਨ ਨਹੀਂ ਹੋਇਆ, ਤੇ ਜੇ ਰਣਨੀਤੀਵਾਨ ਹੋਵੇ ਤਾਂ ਵਹੀਰ ਨੂੰ ਇਕੱਠਾ ਕਰਕੇ ਲਿਜਾਣਾ ਕੋਈ ਰਣਨੀਤੀ ਨਹੀਂ ਹੁੰਦੀ। ਤਾਂ ਇਤਿਹਾਸ ਨੇ ਇਹ ਜਿਹੜੀ ਗੱਲ ਲਿਖੀ ਹੈ ਇਹ ਬੜੀ ਸਮਝਣ ਦੀ ਲੋੜ ਹੈ। ਅਨੰਦਪੁਰ ਛੱਡਣ ਦੀ ਇੱਕ ਬੜੀ ਤਰਕੀਬ ਸੀ ਜੋ ਕਲਗੀਧਰ ਪਾਤਸ਼ਾਹ ਨੇ ਛੱਡਿਆ। ਇੱਕੋ ਤਰ੍ਹਾਂ ਵਹੀਰ ਨੂੰ ਮੈਦਾਨੇ ਜੰਗ ਵਿੱਚ ਝੋਕ ਦੇਣਾ ਕੋਈ ਚੰਗਿਆ ਨਹੀਂ। ਤੇ ਜੇ ਕਲਗੀਧਰ ਪਾਤਸ਼ਾਹ ਜੀ ਨੇ ਜੀਵਨ ਨੂੰ ਦੇਖਦੇ ਆ, ਮੈਂ ਜਦੋਂ ਜੀਵਨ ਨੂੰ ਪੜ੍ਹਦਾ ਹਾਂ ਤੇ ਇੱਕ ਗੱਲ ਉਹਨਾਂ ਦੇ ਜੀਵਨ ਤੋਂ ਮਿਲਦੀ ਹੈ ਕਿ ਉਹਨਾਂ ਨੇ ਜੰਗ ਦੇ ਮੈਦਾਨ ਨੂੰ ਜਦੋਂ ਵੀ ਲੜਾਈ ਹੋਈ ਆਪ ਚੁਣਿਆ। ਜਿੱਥੋਂ ਭਗਾਣੀ ਦਾ ਯੁੱਧ ਸ਼ੁਰੂ ਹੁੰਦਾ, ਰਾਜਨੀਤੀਕਾਰ ਉਹੀ ਹੁੰਦਾ ਜਿਹੜਾ ਜੰਗ ਦੇ ਮੈਦਾਨ ਨੂੰ ਆਪ ਚੁਣਦਾ ਹੈ। ਤੇ ਕਲਗੀਧਰ ਪਾਤਸ਼ਾਹ ਨੇ ਜੰਗ ਦੇ ਮੈਦਾਨ ਆਪ ਚੁਣੇ ਹਨ ਜਿੱਥੇ ਲੜਾਈਆਂ ਲੜੀਆਂ ਗਈਆਂ ਹਨ। ਖਿਆਲ ਕਰਨਾ, ਹਾਂ ਕੱਲੇ ਦੇ ਕੱਲੇ ਉੱਤੇ ਪਿੱਛੋਂ ਕੋਈ ਛੋਟਾ ਮੋਟੇ ਹਮਲੇ ਹੋਏ ਉਹ ਅਲੱਗ ਬਾਤ ਹੈ, ਲੇਕਿਨ ਜਦੋਂ ਨਰਮੋਹਗੜ੍ਹ ਦੀ ਲੜਾਈ ਹੋਈ ਤਾਂ ਰਣ ਦਾ ਮੈਦਾਨ ਆਪ ਚੁਣਿਆ। ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਭਗਾਣੀ ਦਾ ਯੁੱਧ ਲੜਿਆ ਤਾਂ ਰਾਣੀ ਦਾ ਮੈਦਾਨ ਆਪ ਚੁਣਿਆ। ਇੱਥੇ ਹੀ ਬਸ ਨਹੀਂ, ਬੰਦਾ ਸਿੰਘ ਬਹਾਦਰ ਨੂੰ ਜਦੋਂ ਪੰਜਾਬ ਭੇਜਣਾ ਸੀ ਤਾਂ ਉਹਨੂੰ ਵੀ ਇਹ ਗੱਲ ਸਮਝਾਈ ਕਿ ਬੰਦਾ ਸਿੰਘ ਬਹਾਦਰ ਰਣ ਦਾ ਮੈਦਾਨ ਹਮੇਸ਼ਾ ਆਪ ਚੁਣੀਦਾ ਹੈ। ਇਹੀ ਕਾਰਨ ਹੈ ਕਿ ਬੰਦਾ ਸਿੰਘ ਬਹਾਦਰ ਨੇ ਜਦੋਂ ਵਜ਼ੀਰ ਖਾਂ ਦੇ ਨਾਲ ਯੁੱਧ ਲੜਨਾ ਸੀ ਤਾਂ ਉਹ ਬਜਾਏ ਸਰਹੱਦ ਦੇ ਚਾਪੜਚਿੜੀ ਦੇ ਮੈਦਾਨ ਉੱਤੇ ਲੜਿਆ। ਉਹਨੂੰ ਪਤਾ ਸੀ ਕਿ ਅਗਰ ਸਰਹੱਦ ਵਿੱਚ ਯੁੱਧ ਲੜਿਆ ਜਾਂਦਾ ਹੈ ਤੇ ਇਹ ਸਿੱਖਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਏਗਾ। ਤਾਂ ਰਣਨੀਤੀ ਜਿਹੜੀ ਸਿੱਖਾਂ ਦੀ ਹੈ ਇਹ ਜੰਗ ਦੇ ਮੈਦਾਨ ਨੂੰ ਚੁਣਨ ਦੀ ਇਹ ਕਲਗੀਧਰ ਪਾਤਸ਼ਾਹ ਨੇ ਸਿੱਖਾਂ ਨੂੰ ਕਰਨੀ ਸਿਖਾਈ ਸੀ। ਔਰ ਕਲਗੀਧਰ ਪਾਤਸ਼ਾਹ ਆਪ ਰਣ ਦੇ ਮੈਦਾਨ ਨੂੰ ਚੁਣਦੇ ਰਹੇ ਹਨ। ਔਰ ਚਮਕੌਰ ਦਾ ਯੁੱਧ ਵੀ ਆਪ ਚੁਣੇ ਹੋਏ ਰਣ ਦੇ ਮੈਦਾਨ ਵਿੱਚ ਹੋਇਆ ਹੈ। ਅੱਗੇ ਜਾ ਕੇ ਆਪਾਂ ਵਿਚਾਰ ਕਰਦੇ ਹਾਂ। ਤਾਂ ਇੱਥੋਂ ਕਲਗੀਧਰ ਪਾਤਸ਼ਾਹ ਜੀ ਨੇ 3 ਹਿੱਸਿਆਂ ਵਿੱਚ ਵਹੀਰ ਨੂੰ ਵੰਡਿਆ ਹੈ। ਇੱਕ ਪਾਸੇ ਸ਼ਾਹੀ ਟਿੱਬੀ ਦੇ ਵਿੱਚ 100 ਸਿੰਘਾਂ ਦਾ ਜੱਥਾ ਕਾਇਮ ਕੀਤਾ, ਜਿਸ ਦੀ ਅਗਵਾਈ ਭਾਈ ਉਦੈ ਸਿੰਘ ਜੀ ਕਰ ਰਹੇ ਹਨ। ਭਾਈ ਉਦੈ ਸਿੰਘ ਜੀ ਨੂੰ ਉੱਥੇ ਨਿਯਤ ਕਰਨ ਲੱਗਿਆ ਇਹ ਵੀ ਗੱਲ ਕਹੀ ਕਿ ਸਭ ਤੋਂ ਪਿੱਛੇ ਵਹੀਰ ਦੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਉਹਨਾਂ ਦੇ ਨਾਲ 100 ਸਿੰਘ ਹੋਣਗੇ,
ਕਲਗੀਧਰ ਪਾਤਸ਼ਾਹ ਜਦ ਲੰਘਦੇ ਹਨ ਸ਼ਾਹੀ ਟਿੱਬੀ ਦੇ ਕੋਲੋਂ, ਤੇ ਭਾਈ ਉਦੈ ਸਿੰਘ ਨੂੰ ਕਹਿੰਦੇ ਨੇ ਸਾਹਿਬਜ਼ਾਦਾ ਅਜੀਤ ਸਿੰਘ ਆਪਣੇ ਸਾਥੀਆਂ ਨਾਲ ਆਏਗਾ, ਉਹਨੂੰ ਸਾਡਾ ਇਹ ਸੁਨੇਹਾ ਦੇ ਜਾਣਾ ਉਹ ਇੱਥੇ ਟਿਕੇ ਨਾ, ਸਗੋਂ ਤੁਹਾਡੇ ਨਾਲ ਅੱਗੇ ਨੂੰ ਆਪਣੇ ਕਦਮ ਵਧਾਉਂਦਾ ਜਾਵੇ। ਇੱਕ ਸ਼ਾਹੀ ਟਿੱਬੀ ਕੋਲ ਤੇ ਦੂਸਰਾ ਝੱਖੀਆਂ ਪਿੰਡ ਦੇ ਕੋਲ, ਜੋ ਸਰਸਾ ਨਦੀ ਦੇ ਉਰਲੇ ਪਾਸੇ ਅਨੰਦਪੁਰ ਵਾਲੇ ਪਾਸੇ ਹੈ। ਇੱਥੇ ਬਾਬਾ ਜੀਵਨ ਸਿੰਘ ਜੀ ਤੇ ਉਹਨਾਂ ਦੇ ਨਾਲ 100 ਸਿੰਘਾਂ ਦਾ ਜੱਥਾ ਜਿਹੜਾ ਸੀ ਉਹ ਕੀਤਾ ਗਿਆ। ਇੱਥੇ ਭਾਈ ਬੱਜਰ ਸਿੰਘ ਦੀ ਬੇਟੀ ਭਿੱਖਾ ਵੀ ਉਸ ਲੜਾਈ ਦੇ ਵਿੱਚ ਸ਼ਾਮਲ ਹੋਈ ਹੈ, ਜਿਹਦਾ ਨਾਂ ਭਿੱਖਾ ਆਉਂਦਾ ਹੈ। ਤੋ ਇਹ ਪਾਸਾ ਅਨੰਦਪੁਰ ਵਾਲਾ ਪਾਸਾ ਹੈ, ਜੋ ਝੱਖੀਆਂ ਪਿੰਡ ਦੇ ਵਿੱਚ ਭਾਈ ਜੀਵਨ ਸਿੰਘ ਜੀ ਤੇ ਉਹਨਾਂ ਦੇ ਨਾਲ 100 ਸਾਥੀ ਜਿਹੜੇ ਸੀ ਤੈਨਾਤ ਕੀਤੇ ਗਏ। ਸਭ ਤੋਂ ਪਿੱਛੇ ਵਹੀਰ ਹੈ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਬੁੱਢਾ ਸਿੰਘ ਜੀ ਦਾ, ਜਿਹੜੇ ਦੋ ਅਗਵਾਈ ਉਸ ਵਹੀਰ ਦੀ ਅਗਵਾਈ ਕਰ ਰਹੇ ਹਨ। ਇਹਨਾਂ ਦੇ ਨਾਲ ਵੀ 100 ਸਾਥੀਆਂ ਨੂੰ ਜਿਹੜਾ ਸੀ ਉਹ ਨਿਯਤ ਕੀਤਾ ਜਾਂਦਾ ਹੈ। 100 ਸਾਥੀ 100 ਸਿੰਘ ਇਹਨਾਂ ਨੂੰ ਵੀ ਦਿੱਤੇ ਜਾਂਦੇ ਹਨ। ਇੱਥੇ ਹੀ ਹੁਣ ਸਤਿਗੁਰੂ ਜਦੋਂ ਵਹੀਰ ਦਾ ਅੱਗੇ ਤੁਰ ਜਾ ਰਹੇ ਹਨ ਤੇ ਚਤਰ ਸਿੰਘ ਬਰਾੜ ਕਰਕੇ ਜਿਸ ਨੂੰ ਕਿਹਾ ਜਾਂਦਾ ਹੈ, ਉਹਨੇ ਆ ਕੇ ਇੱਕ ਖਬਰ ਦਿੱਤੀ ਹੈ, ਸਤਿਗੁਰੂ ਜੀ ਸ਼ਾਹੀ ਟਿੱਬੇ ਵਾਲੇ ਪਾਸੇ ਤੋਂ ਦੁਸ਼ਮਣ ਪਿੱਛਾ ਕਰ ਰਿਹਾ ਹੈ। ਇਹ ਚਤਰ ਸਿੰਘ ਬਰਾੜ ਖੂਫੀਆ ਸਿੱਖਾਂ ਦਾ ਇੱਕ ਖੂਫੀਆ ਜਿਹੜਾ ਵਿੰਗ ਸੀ ਉਹਦਾ ਇੰਚਾਰਜ ਸੀ। ਔਰ ਇਹ ਯਾਦ ਹੋਏਗਾ ਤੁਹਾਨੂੰ ਕਿ ਇਹੋ ਹੀ ਚਤਰ ਸਿੰਘ ਸੀ ਜਿਹਨੇ ਨਰਮੋਹਗੜ੍ਹ ਦੇ ਉੱਤੇ ਹਮਲਾ ਹੋਣ ਤੋਂ ਪਹਿਲਾਂ ਆ ਕੇ ਖਬਰ ਦਿੱਤੀ ਸੀ ਕਿ ਪਾਤਸ਼ਾਹ ਸ਼ਾਹੀ ਫੌਜਾਂ ਕਿਲੇ ਨੂੰ ਤੋੜਨ ਦਾ ਉਹਨਾਂ ਨੇ ਯੋਜਨਾ ਬਣਾਈ ਹੈ। ਤਾਂ ਉਦੋਂ ਇਹ ਖਬਰ ਜਿਹੜੀ ਸੀ ਉਹ ਮਿਲੀ ਸੀ, ਜਿਸ ਕਰਕੇ ਇਹ ਨਰਮੋਹਗੜ੍ਹ ਦੇ ਉੱਤੇ ਲੜਾਈ ਹੋਈ, ਜਿੱਥੇ ਭਾਈ ਬਚਿੱਤਰ ਸਿੰਘ ਜੀ ਤੇ ਉਹਨਾਂ ਨੇ ਜਾ ਕੇ ਮੁਕਾਬਲੇ ਕੀਤੇ, ਜਿਹੜੀ ਲੜਾਈ ਹੋਈ ਸੀ। ਤਾਂ ਇਹ ਭਾਈ ਚਤਰ ਸਿੰਘ, ਇਹ ਜੰਗ ਦੀ ਇੱਕ ਨੀਤੀ ਹੈ। ਇਸ ਖੂਫੀਆ ਵਿਭਾਗ ਵੀ ਤੁਹਾਡਾ ਬੜਾ ਤਕੜਾ ਹੋਣਾ ਚਾਹੀਦਾ ਹੈ। ਤਾਂ ਇਸ ਖੂਫੀਆ ਵਿਭਾਗ ਦਾ ਜਿਹੜੇ ਮੁਖੀ ਚਤਰ ਸਿੰਘ ਸੀ, ਉਹਨੇ ਆ ਕੇ ਖਬਰ ਦਿੱਤੀ ਹੈ ਕਿ ਸ਼ਾਹੀ ਟਿੱਬੀ ਵਾਲੇ ਪਾਸੇ ਤੋਂ ਦੁਸ਼ਮਣ ਜਿਹੜਾ ਹੈ ਉਸਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਂ ਸ਼ਾਹੀ ਟਿੱਬੀ ਦੇ ਉੱਤੇ ਲੜਾਈ ਪਹਿਲੀ ਹੁੰਦੀ ਹੈ ਜਿਹੜੀ ਬਾਬਾ ਭਾਈ ਉਦੈ ਸਿੰਘ ਜੀ ਦੇ ਨਾਲ। ਭਾਈ ਉਦੈ ਸਿੰਘ ਜੀ ਉਸ ਲੜਾਈ ਵਿੱਚ ਸ਼ਹੀਦ ਹੁੰਦੇ ਹਨ। ਤੇ ਉੱਥੋਂ ਬਾਬਾ ਅਜੀਤ ਸਿੰਘ ਜੀ ਜਦੋਂ ਲੰਘਦੇ ਹਨ ਤੇ ਉਹਨਾਂ ਨੂੰ ਬਾਬਾ ਉਦੈ ਸਿੰਘ ਜੀ, ਭਾਈ ਉਦੈ ਸਿੰਘ ਜੀ ਨੇ ਗੱਲ ਕਹੀ ਵੀ ਤੁਹਾਨੂੰ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਕਿ ਤੁਸੀਂ ਇੱਥੇ ਰੁਕਣਾ ਨਹੀਂ। ਤਾਂ ਉੱਥੇ ਕਲਗੀਧਰ ਪਾਤਸ਼ਾਹ ਜੀ ਦੇ ਇਹ ਸਾਹਿਬਜ਼ਾਦੇ ਦੇ ਉਹ ਬੋਲ ਜੋ ਅੱਲਾ ਯਾਰ ਖਾਂ ਯੋਗੀ ਲਿਖਦਾ ਹੈ, ਉਹਨੇ ਲਿਖਿਆ, ਹੁਕਮ ਨਹੀਂ ਹੈ हमको जहां लड़ने की रण में हम मिट्टी तक उड़ा सकते हैं दुश्मन के चमन की। ਕਹਿੰਦੇ ਮੈਨੂੰ ਹੁਕਮ ਨਹੀਂ ਹੈ ਪਾਤਸ਼ਾਹ ਦਾ ਕਿ ਮੈਂ ਇੱਥੇ ਤੁਹਾਡੇ ਨਾਲ ਲੜਾਂ, ਨਹੀਂ ਤਾਂ ਮੈਂ ਮਿੱਟੀ ਤੱਕ ਉਡਾ ਦਿਆਂਗਾ ਦੁਸ਼ਮਣ ਦੇ ਚਮਨ ਦੀ। ਇੱਥੇ ਇਹਦਾ ਬਹਾਦਰ ਸੀ ਸਾਹਿਬਜ਼ਾਦਾ ਅਜੀਤ ਸਿੰਘ। ਤੇ ਤੀਸਰਾ ਪਾਸਾ ਜਿਹੜਾ ਸੀ ਸਰਸਾ ਦੇ ਪਾਰ ਵਾਲਾ ਪਾਸਾ, ਉੱਥੇ ਭਾਈ ਬਚਿੱਤਰ ਸਿੰਘ, ਜੋ ਮਲਕਪੁਰ ਰੰਗੜਾਂ ਦੇ ਸਥਾਨ ਦੇ ਉੱਤੇ 100 ਸਾਥੀਆਂ ਦੇ ਨਾਲ ਉਹਨੂੰ ਕਾਇਮ ਕੀਤਾ ਗਿਆ। ਸਰਸਾ ਤੋਂ ਦੂਜੇ ਪਾਸੇ ਉੱਥੇ ਭਾਈ ਬਚਿੱਤਰ ਸਿੰਘ ਦੇ ਜੱਥੇ ਨੂੰ ਭੇਜਿਆ ਗਿਆ ਮਲਕਪੁਰ ਰੰਗੜਾਂ ਵਾਲੇ ਪਾਸੇ। ਤੋ ਇਹ ਸਰਸਾ ਦਾ ਜਿਹੜਾ ਕਿਨਾਰਾ ਹੈ, ਇੱਥੇ ਆ ਕੇ ਅਸੀਂ ਦੇਖਦੇ ਹਾਂ ਕਿ ਜਦੋਂ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਸਰਸਾ ਦੇ ਨਦੀ ਤੇ ਪਹੁੰਚਦੇ ਹਨ ਤੇ ਇਤਿਹਾਸਕਾਰਾਂ ਨੇ, ਜਿੱਥੇ ਭਾਈ ਸੋਹਣ ਸਿੰਘ ਜੀ ਸੀਤਲ ਤੇ ਹੋਰ ਵਿਦਵਾਨਾਂ ਨੇ ਇਹ ਗੱਲ ਲਿਖੀ ਹੈ ਕਿ ਸਤਿਗੁਰੂ ਨੇ ਸਰਸਾ ਦੇ ਕੰਢੇ ਤੇ ਆ ਕੇ ਘੋੜੇ ਦੀਆਂ ਵਾਗਾਂ ਨੂੰ ਖਿੱਚ ਲਿਆ ਤੇ ਆਖਿਆ, ਸਿੰਘੋ ਅੰਮ੍ਰਿਤ ਵੇਲੇ ਦਾ ਵੇਲਾ ਹੋ ਗਿਆ, ਅੱਜ ਅੰਮ੍ਰਿਤ ਵੇਲੇ ਦਾ ਦੀਵਾਨ ਇੱਥੇ ਹੀ ਲੱਗੇਗਾ। ਆਸਾ ਕੀ ਵਾਰ ਦਾ ਕੀਰਤਨ ਹੋਇਆ, ਦੀਵਾਨ ਸਜਿਆ, ਇਹ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਹੋਏ, ਜਾਪ ਹੋਏ। ਮੈਂ ਇੱਥੇ ਗੱਲ ਕਰਨੀ ਚਾਹੁੰਦਾ ਹਾਂ, ਇਹ ਗੱਲ ਕਿਉਂ ਹੋਈ? ਜਾਪਦਾ ਇਉਂ ਹੈ ਕਿ ਕਲਗੀਧਰ ਪਾਤਸ਼ਾਹ ਨੇ ਗੁਰੂ ਕੇ ਸਿੱਖ ਨੂੰ ਇਹ ਗੱਲ ਸਮਝਾਈ, ਦੁੱਖ ਹੋਵੇ, ਸੁੱਖ ਹੋਵੇ, ਜਨਮ ਹੋਵੇ, ਮੌਤ ਹੋਵੇ, ਦਿਨ ਹੋਵੇ, ਰਾਤ ਹੋਵੇ, ਪਰ ਸਿੱਖ ਨੇ ਆਪਣੇ ਜੀਵਨ ਚੋਂ ਨਿਤਨੇਮ ਨੂੰ ਕਦੀ ਨਹੀਂ ਖਿਜਾਉਣਾ। ਇਹ ਇਉਂ ਜਾਪਦਾ ਹੈ ਕਿ ਕਲਗੀਧਰ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਨਿਤਨੇਮ ਦੀ ਪੱਕਤਾ ਦੀ ਗੱਲ ਮਹਾਨਤਾ ਸਮਝਾਉਣ ਦੇ ਲਈ ਉਹ ਸਰਸਾ ਦੇ ਕੰਢੇ ਦੇ ਉੱਤੇ ਵੀ ਇਸ ਜਦੋਂ ਦੁਸ਼ਮਣ ਪਿੱਛਾ ਕਰਦਾ ਆ ਰਿਹਾ ਹੈ, ਇਹ ਦੀਵਾਨ ਲਾ ਕੇ ਇਹ ਸਮਝਾਇਆ ਗਿਆ। ਇਹ ਹੈ ਅਸਲ 'ਚ ਭਗਤੀ ਤੇ ਸ਼ਕਤੀ ਦਾ ਸੁਮੇਲ। ਇੱਕ ਪਾਸੇ ਵੈਰੀ ਦਲ ਨਾਲ ਭਾਈ ਉਦੈ ਸਿੰਘ ਤੇ ਦੂਜੇ ਪਾਸੇ ਬਾਬਾ ਅਜੀਤ ਸਿੰਘ ਜੀ ਜਿਹੜੇ ਹਨ ਉਹ ਜੂਝ ਰਹੇ ਹਨ। ਇੱਕ ਪਾਸੇ ਆਸਾ ਕੀ ਵਾਰ ਦਾ ਕੀਰਤਨ ਤੇ ਅਰਦਾਸ, ਧੰਨ ਗੁਰਸਿੱਖੀ ਹੈ ਕਲਗੀਧਰ ਪਾਤਸ਼ਾਹ ਜੀ ਦੀ, ਜਿਹੜੇ ਦੁਸ਼ਮਣ ਨੂੰ ਔਖੇ ਵੇਲੇ ਵੀ, ਇਹ ਦੁਸ਼ਮਣ ਨਾਲ ਲੜਦੇ ਹੋਏ ਵੀ ਕਦੀ ਪਰਮਾਤਮਾ ਨੂੰ, ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਚੋਂ ਨਹੀਂ ਬੁਲਾਇਆ। ਸੋ ਸਰਸਾ ਪਾਰ ਕਰਨ ਲੱਗਿਆ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ, ਜਿਹਨੂੰ ਪਰਿਵਾਰ ਵਿਛੋੜਾ ਅਸੀਂ ਆਖਦੇ ਹਾਂ। ਤਾਂ ਪਰਿਵਾਰ ਜਿਹੜਾ ਹੈ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਤੇ 3 ਹਿੱਸਿਆਂ ਜਦੋਂ ਪਰਿਵਾਰ ਵੰਡਿਆ ਜਾਂਦਾ
ਤੇ ਇੱਥੇ ਇੱਕ ਹਿੱਸਾ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਇਹ ਵੱਖਰੇ ਹੋ ਜਾਂਦੇ ਹਨ, ਤੇ ਦੂਜਾ ਹਿੱਸਾ ਮਾਤਾ ਗੁਰੂ ਜੀ ਦੇ ਮਹਿਲ ਭਾਈ ਮਨੀ ਸਿੰਘ ਜੀ ਇਹ ਦਿੱਲੀ ਵਾਲੇ ਪਾਸੇ ਨੂੰ ਨਿਕਲ ਜਾਂਦੇ ਨੇ, ਤੇ ਤੀਜਾ ਹਿੱਸਾ ਕਲਗੀਧਰ ਪਾਤਸ਼ਾਹ ਜੀ ਦਾ ਹੈ, ਜੋ ਇਹ ਸਰਸਾ ਨੂੰ ਪਾਰ ਕਰਕੇ ਚਮਕੌਰ ਵਾਲੇ ਪਾਸੇ ਨੂੰ ਨਿਕਲ ਜਾਂਦੇ ਹਨ। ਤੇ ਜਦੋਂ ਚਮਕੌਰ ਵਾਲੇ ਪਾਸੇ ਨੂੰ ਸਤਿਗੁਰੂ ਜੀ ਨਿਕਲਦੇ ਨੇ, ਤੇ ਉੱਥੇ ਸਭ ਤੋਂ ਪਹਿਲਾਂ ਇਹ ਨਿਹੰਗ ਕੋਟਲਾ ਜਿਹਦਾ ਨਿਹੰਗ ਸ਼ੇਰ ਖਾਂ ਤੇ ਕੋਟਲਾ ਨਿਹੰਗਾਂ ਦੇ ਸਥਾਨ ਦੇ ਉੱਤੇ ਜਾਂਦੇ ਹਨ, ਉੱਥੇ ਜਾ ਕੇ ਨਿਵਾਸ ਕਰਦੇ। ਇਹ ਨਿਹੰਗ ਸ਼ੇਰ ਖਾਂ ਜਿਹੜਾ ਸੀ, ਇਹ ਕਲਗੀਧਰ ਪਾਤਸ਼ਾਹ ਦਾ ਸਿੱਖ ਸੀ। ਖਿਆਲ ਕਰਨਾ, ਇਹ ਪਰਿਵਾਰ 6ਵੇਂ ਪਾਤਸ਼ਾਹ ਤੋਂ ਸਿੱਖੀ ਵਿੱਚ ਸ਼ਾਮਲ ਹੋ ਚੁੱਕਾ ਸੀ, ਜਿਹੜਾ ਨਿਹੰਗ ਸ਼ੇਰ ਖਾਂ ਦਾ ਪਰਿਵਾਰ ਸੀ। ਇਹਦੀ ਭੈਣ ਮਾਤਾ ਉਮਰੀ, ਜਿਹਦੇ ਬੱਚੇ ਨਬੀ ਖਾਂ ਤੇ ਗਨੀ ਖਾਂ, ਜਿਨ੍ਹਾਂ ਨੇ ਜਾ ਕੇ ਅੱਗੇ ਸੇਵਾ ਕੀਤੀ, ਉਹਦੇ ਬੱਚੇ। ਤੇ ਇਹ ਇੱਕ ਪਰਿਵਾਰ ਸੀ ਜੋ 6ਵੇਂ ਪਾਤਸ਼ਾਹ ਤੋਂ, ਮੈਂ ਜ਼ਿਆਦਾ ਵਿਆਖਿਆ ਨਹੀਂ ਕਰਾਂਗਾ ਕਿਉਂਕਿ ਸਮਾਂ ਨਹੀਂ ਹੈ। ਤਾਂ ਇਸ ਪਰਿਵਾਰ ਨੇ ਸਿੱਖੀ ਦੀ ਸੇਵਾ ਬਹੁਤ ਕੀਤੀ, ਔਰ ਸਿੱਖੀ ਦੇ ਖਾਤਰ ਆਪਣੀ ਸ਼ਹਾਦਤਾਂ ਵੀ ਇਸ ਪਰਿਵਾਰ ਵਿੱਚ ਹੋਈਆਂ ਹਨ। ਤਾਂ ਇਹ ਨਿਹੰਗ ਕੋਟਲਾ ਨਿਹੰਗ ਸ਼ੇਰ ਖਾਂ ਦੇ ਘਰ, ਇਹ ਕਲਗੀਧਰ ਪਾਤਸ਼ਾਹ ਜੀ ਸ਼ੇਰ ਖਾਂ ਦੇ ਘਰ ਜਾ ਕੇ ਰੁਕਦੇ ਹਨ। ਇੱਥੇ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਚਮਕੌਰ ਦੇ ਸਰਸਾ ਦੇ ਉਰਲੇ ਪਾਸੇ, ਜਿੱਥੇ ਭਾਈ ਬਚਿੱਤਰ ਸਿੰਘ ਜੀ ਹਨ, ਰੰਗੜਾ ਪਿੰਡ ਦੇ ਵਿੱਚ, ਉੱਥੇ ਦੁਸ਼ਮਣ ਦਾ ਬਹੁਤ ਵੱਡਾ ਯੁੱਧ ਹੋਇਆ ਹੈ, ਔਰ ਬਹੁਤ ਸਾਰੇ ਸਿੱਖ ਜਿਹੜੇ ਹਨ ਉੱਥੇ ਸ਼ਹੀਦ ਹੋ ਗਏ ਹਨ। ਤੇ ਇੱਥੇ ਕਲਗੀਧਰ ਪਾਤਸ਼ਾਹ ਜੀ ਨੇ ਮਲਕਪੁਰ ਰੰਗੜਾ ਨੂੰ ਹੁਣ ਭੇਜਿਆ ਵੀ ਖਬਰ ਕੌਣ ਲਿਆਵੇ। ਤੇ ਸਤਿਗੁਰ ਕਲਗੀਧਰ ਪਾਤਸ਼ਾਹ ਕਿਸ ਨੂੰ ਭੇਜ ਰਹੇ ਹਨ? ਅੰਦਾਜ਼ਾ ਲਾਓ, ਆਪਣੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੂੰ। ਜਾਓ, ਦੁਸ਼ਮਣ ਦੇ ਨਾਲ ਜੁੱਧ ਗਏ ਤੇ ਉਸ ਪਾਸੇ ਭਾਈ ਬਚਿੱਤਰ ਸਿੰਘ ਜੀ ਦਾ ਪਤਾ ਕਰਕੇ ਆਓ। ਇਹ ਵੀ ਪਤਾ ਲੱਗਾ ਕਿ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਵਿੱਚ ਉੱਥੇ ਹਨ, ਤੇ ਸਾਹਿਬਜ਼ਾਦਾ ਅਜੀਤ ਸਿੰਘ ਇਸ ਭਾਈ ਬਚਿੱਤਰ ਸਿੰਘ ਜੀ ਨੂੰ ਘੋੜੇ ਤੇ ਬਿਠਾ ਚੁੱਕ ਕੇ ਘੋੜੇ ਤੇ ਲੱਦ ਕੇ ਲਫ਼ਜ਼ ਵਰਤ ਰਿਹਾ ਹਾਂ, ਕਿਉਂਕਿ ਉਹਨਾਂ ਦੇ ਖੂਨ ਬੜਾ ਜ਼ਿਆਦਾ ਵਗ ਰਿਹਾ ਸੀ। ਔਰ ਇਹ ਸ਼ੇਰ ਖਾਂ ਦੇ ਘਰ ਕੋਟਲਾ ਦੇ ਹੰਗਾਂ ਦੇ ਵਿੱਚ ਲਿਆ ਕੇ ਉੱਥੇ ਉਹਨੂੰ ਲੜਾਇਆ ਹੈ। ਕਿਹਾ ਜਾਂਦਾ ਹੈ ਕਿ ਭਾਈ ਬਚਿੱਤਰ ਸਿੰਘ ਜੀ ਇੰਨੇ ਕੁ ਜ਼ਖਮੀ ਹੋ ਚੁੱਕੇ ਸਨ ਕਿ ਚਾਦਰ ਉਹਨਾਂ ਦੇ ਉੱਤੇ ਪਾਉਂਦੇ, ਉਹ ਖੂਨ ਨਾਲ ਭਰ ਜਾਂਦੀ, ਫਿਰ ਚਾਦਰ ਪਾਉਂਦੇ, ਉਹ ਖੂਨ ਨਾਲ ਭਰ ਜਾਂਦੀ। ਤੇ ਭਾਈ ਬਚਿੱਤਰ ਸਿੰਘ ਜੀ ਦੀ ਹਾਲਾਤ ਅੱਗੇ ਜਾਣ ਵਾਲੀ ਨਹੀਂ ਸੀ। ਤਾਂ ਇੱਥੋਂ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਕਾਲ ਨੂੰ ਅਸੀਂ ਅੱਗੇ ਦੇਖਦੇ ਹਾਂ, ਤਾਂ ਉਹ ਅੱਗੇ ਨੂੰ ਚੱਲਦੇ ਹਨ ਇੱਥੋਂ ਅਗਲੇ ਪਾਸੇ ਨੂੰ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੀਰਤਪੁਰ ਵਾਲੇ ਪਾਸੇ ਅਨੰਦਪੁਰ ਸਾਹਿਬ ਨੂੰ ਜਦੋਂ ਕੂਚ ਕੀਤਾ, ਟੋਟਲ 500 ਦੇ ਕਰੀਬ ਗਿਣਤੀ ਸਿੱਖਾਂ ਦੀ ਲਿਖੀ ਹੈ ਸਾਰੀ। ਜਦੋਂ ਅੱਲਾ ਯਾਰ ਖਾਂ ਜੋ ਲਿਖਦਾ ਹੈ, ਮੁਖਤਸਰ ਕੇ ਲਫ਼ਜ਼ ਵਰਤਦਾ ਹੈ। ਮੁਖਤਸਰ ਦਾ ਮਤਲਬ ਹੁੰਦਾ ਹੌਲੀ ਹੌਲੀ ਇਹ ਫੌਜ ਦਾ ਘਟ ਜਾਣਾ। ਵੀ ਇੱਕ ਬਹੁਤ ਵੱਡੀ ਸਿੱਖਾਂ ਦੀ ਫੌਜ ਸੀ ਜੋ ਘਟ ਕੇ 500 ਦੇ ਕਰੀਬ ਜਿਹੜੀ ਰਹਿ ਜਾਂਦੀ ਹੈ। ਔਰ ਇਹ ਬਹੁਤ ਸਾਰੇ ਵਿਦਵਾਨਾਂ ਨੇ ਗਿਣਤੀ ਅਲੱਗ-ਅਲੱਗ ਲਿਖੀ ਹੈ, ਲੇਕਿਨ ਬਹੁਤ ਸਾਰੇ ਵਿਦਵਾਨ ਇਸੇ ਗੱਲ ਦੇ ਉੱਤੇ ਸਹਿਮਤ ਹੁੰਦੇ ਹਨ ਕਿ ਟੋਟਲ ਗਿਣਤੀ ਜਿਹੜੀ ਸੀ ਇਹ 500 ਦੇ ਕਰੀਬ ਸਾਰੀ ਉਸ ਵੇਲੇ ਸਿੱਖਾਂ ਦੀ ਜਿਹੜੀ ਵਹੀਰਦੀ ਸੀ ਵੱਜਦੀ ਹੈ। ਤਾਂ ਇਹ ਸਰਸਾ ਪਾਰ ਕਰਕੇ ਸਤਿਗੁਰੂ ਪਾਤਸ਼ਾਹ ਸੱਚੇ ਪਾਤਸ਼ਾਹ ਜੀ, ਇਹ ਵੀ ਸਾਨੂੰ ਪਤਾ ਲੱਗਦਾ ਹੈ ਕਿ ਇੱਥੋਂ ਚਮਕੌਰ ਵਾਲੇ ਪਾਸੇ ਨੂੰ ਗੁਰੂ ਮਹਾਰਾਜ ਨੇ ਕਦਮ ਰੱਖਣੇ ਹਨ। ਤਾਂ ਗੁਰਦੇਵ ਸੱਚੇ ਪਾਤਸ਼ਾਹ ਜੀ ਇਸ ਦੇ ਤਕਰੀਬਨ 6-7 ਪੋਹ ਦਾ ਉਸ ਦਿਨ ਦਾ ਦਿਨ ਹੈ, ਜਿਸ ਦਿਨ ਚਮਕੌਰ ਦੇ ਕੋਲ ਜਾ ਕੇ ਪਹੁੰਚਦੇ ਹਨ। ਪਿੰਡਾਂ ਦੇ ਵਿੱਚ ਹੁੰਦੇ ਹੋਏ ਚਮਕੌਰ ਸਤਿਗੁਰੂ ਦੂਜੀ ਵਾਰੀ ਆਏ ਹਨ। ਇੱਕ ਵਾਰੀ ਅਲਫ ਖਾਂ ਦੇ ਨਾਲ ਇੱਥੇ ਯੁੱਧ ਹੋਇਆ ਇਸੇ ਚਮਕੌਰ ਦੀ ਧਰਤੀ ਦੇ ਉੱਤੇ, ਜਦੋਂ ਸਤਿਗੁਰੂ ਹਰਿਦੁਆਰ ਵਾਲੇ ਪਾਸਿਓਂ ਧਰਮ ਪ੍ਰਚਾਰ ਕਰਕੇ ਆ ਰਹੇ ਸਨ, ਤਾਂ ਇੱਥੇ ਯੁੱਧ ਹੋਇਆ। ਦੂਜੀ ਵਾਰੀ ਕਿਉਂਕਿ ਚਮਕੌਰ ਹੋਇਆ, ਇਸ ਵਾਰ ਸਤਿਗੁਰੂ ਨੂੰ ਚਮਕੌਰ ਦੇ ਬਾਰੇ ਬਹੁਤ ਕੁਝ ਪਤਾ ਸੀ। ਬੁੱਧੀ ਚੰਦ ਜਿਹੜਾ ਜਿਹਦੀ ਹਵੇਲੀ ਦੀ ਗੱਲ ਕਰਦੇ ਆ, ਗੁਰੂ ਕਾ ਸਿੱਖ ਸੀ। ਤੇ ਬੁੱਧੀ ਚੰਦ ਨੂੰ ਕਿਹਾ, ਪਾਤਸ਼ਾਹ ਤੁਸੀਂ ਮੇਰੇ ਘਰ ਵੀ ਨਿਵਾਸ ਕਰੋ, ਮੇਰੇ ਘਰ ਵੀ ਟਿਕਾਣਾ ਕਰੋ। ਤੇ ਕਲਗੀਧਰ ਪਾਤਸ਼ਾਹ ਨੇ ਕਿਹਾ, ਬੁੱਧੀ ਚੰਦ ਦੁਸ਼ਮਣ ਪਿੱਛਾ ਕਰ ਰਿਹਾ ਹੈ, ਤੇਰੇ ਘਰ ਤੇਰੇ ਪਰਿਵਾਰ ਦਾ ਨੁਕਸਾਨ ਹੋਏਗਾ। ਇਸ ਤਰ੍ਹਾਂ ਕਰ, ਜੋ ਖੁੱਲੀ ਹਵੇਲੀ ਹੈ ਪਿੰਡ ਤੋਂ ਬਾਹਰ, ਉਸ ਹਵੇਲੀ ਦੀ, ਉਸ ਗੜੀ ਦੀ ਹਵੇਲੀ ਹੈ, ਉਹ ਸਾਡਾ ਟਿਕਾਣਾ ਉੱਥੇ ਕਰਾ। ਉੱਠ ਕੇ ਭਾਈ ਬੁੱਧੀ ਚੰਦ ਦੀ ਹਵੇਲੀ, ਜਿਹਨੂੰ ਕਿਹਾ ਜਾਂਦਾ ਹੈ ਕੱਚੀ ਹਵੇਲੀ, ਜਿਹਨੂੰ ਬਾਅਦ ਵਿੱਚ ਚਮਕੌਰ ਦੀ ਗੜੀ ਦਾ ਨਾਂ ਜਿਹੜਾ ਦਿੱਤਾ ਗਿਆ, ਤਾਂ ਉਸ ਵੇਲੇ ਮਹਾਰਾਜ ਦੇ ਨਾਲ ਤਕਰੀਬਨ 2 ਵੱਡੇ ਸਾਹਿਬਜ਼ਾਦੇ ਤੇ 41 ਦੇ ਕਰੀਬ ਸਿੰਘ ਹੋਰ ਗਿਣਤੀ ਜਿਹੜੀ ਹੈ ਇਹ ਲਿਖੀ ਜਾਂਦੀ ਹੈ ਇਤਿਹਾਸਕਾਰਾਂ ਵੱਲੋਂ ਕਿ ਹੋਈ ਹੈ। ਇਹ ਚਮਕੌਰ ਦੇ ਜਿਹੜਾ ਹਵੇਲੀ ਸੀ, ਖੁੱਲੀ ਹਵੇਲੀ ਸੀ। ਇੱਥੇ ਚ ਇੰਨੇ ਕੁ ਘੋੜਿਆਂ ਤੇ ਆਦਮੀਆਂ ਦੀ ਜਗ੍ਹਾ ਜਿਹੜੀ ਸੀ ਉਹ ਹੈ ਸੀ, ਜਿੰਨੇ ਕੁ ਆਦਮੀ ਸੀ। ਤੋ ਭਾਈ ਬੁੱਧੀ ਚੰਦ ਨੇ ਸੱਚੇ ਕਿਹਾ, ਪਾਤਸ਼ਾਹ
ਆਪ ਜੀ ਇੰਨੇ ਦੁੱਖ ਤੁਸੀਂ ਇਹ ਸਹਿ ਰਹੇ ਹੋ, ਅਸੀਂ ਇੰਨੇ ਜੋਗੇ ਵੀ ਨਹੀਂ, ਅਸੀਂ ਹਾਜ਼ਰ ਹਾਂ। ਆਪ ਜੀ ਇਹ ਰਾਤ ਮੇਰੇ ਕੋਲ ਠਹਿਰੋ, ਭੋਜਨ ਕਰੋ। ਪਰ ਕਲਗੀਧਰ ਪਾਤਸ਼ਾਹ ਜੀ ਨੇ ਇਹ ਕਿਹਾ, ਵੈਰੀ ਦਾ ਹਰ ਵੇਲੇ ਖਤਰਾ ਹੈ। ਇੱਥੇ ਖੁੱਲੇ ਮੈਦਾਨ ਵਿੱਚ ਰਾਤ ਕੱਟਣ ਨਾਲੋਂ ਹਵੇਲੀ ਦੇ ਵਿੱਚ ਜਾ ਕੇ ਰਾਤ ਕੱਟਣੀ ਠੀਕ ਰਹੇਗੀ। ਤਾਂ ਇਹ ਭਾਈ ਬੁੱਧੀ ਚੰਦ ਗੁਰਦੇਵ ਨੂੰ ਉਸ ਆਪਣੀ ਹਵੇਲੀ ਵਿੱਚ ਲੈ ਜਾਂਦਾ ਹੈ, ਤੇ ਉਹ ਪਿੰਡ ਦੇ ਵਿਚਾਲੇ ਪੁਰਾਣੇ ਘਰਾਂ ਵਿੱਚ ਆਪ ਆਪਣੇ ਘਰ ਵਿੱਚ ਚਲਾ ਜਾਂਦਾ ਹੈ। ਹਵੇਲੀ ਵਿੱਚ ਇੱਕ ਚੁਬਾਰਾ ਛੋਟਾ ਜਿਹਾ ਬਣਿਆ ਹੋਇਆ ਹੈ, ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਆ ਕੇ ਟਿਕਾਣਾ ਕੀਤਾ। ਤਾਂ ਚਮਕੌਰ ਦਾ ਯੁੱਧ ਜਿਹੜਾ ਹੈ ਇਸ ਹਵੇਲੀ ਦੇ ਵਿੱਚੋਂ ਹੁੰਦਾ ਹੈ। ਤਾਂ ਇੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਬਾਰੇ 'ਚ ਜੋ ਸਾਨੂੰ ਲਿਖਿਆ ਮਿਲਦਾ ਹੈ, ਉਹ ਬੜੀਆਂ ਕਮਾਲ ਦੀਆਂ ਚੀਜ਼ਾਂ ਸਾਨੂੰ ਮਿਲਦੀਆਂ ਹਨ। ਸਤਿਗੁਰੂ ਪਾਤਸ਼ਾਹ ਜਦੋਂ ਇੱਥੇ ਪਹੁੰਚਦੇ ਹਨ ਤੇ ਭਾਈ ਇਹ ਚਮਕੌਰ ਦੀ ਗੜੀ ਦੇ ਵਿੱਚ, ਤੇ ਉਸ ਨੂੰ ਸਤਿਗੁਰੂ ਨੇ ਬੜੇ ਨੀਝ ਦੇ ਨਾਲ ਨੂੰ ਦੇਖਿਆ, ਤੇ ਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਸੰਬੋਧਨ ਕੀਤਾ। ਰਾਤ ਨੂੰ ਸ਼ਾਮ ਦਾ ਟਾਈਮ ਹੋ ਗਿਆ, ਕਹਿਣ ਲੱਗੇ, ਖਾਲਸਾ ਜੀ, ਅੱਜ ਸਿੱਖੀ ਦਾ ਇਮਤਿਹਾਨ ਹੋਣਾ ਹੈ। ਦੁਨੀਆ 'ਚ ਬੜੀਆਂ ਕੌਮਾਂ ਪੈਦਾ ਹੋਈਆਂ ਤੇ ਬੜੀਆਂ ਕੌਮਾਂ ਮਿਟ ਗਈਆਂ ਹਨ, ਪਰ ਮੈਂ ਅਕਾਲ ਪੁਰਖ ਦੇ ਹੁਕਮ ਦੇ ਨਾਲ ਇੱਕ ਅਲੱਗ ਪੰਥ ਪੈਦਾ ਕੀਤਾ ਹੈ, ਅਲੱਗ ਪੰਥ ਸਿਰਜਿਆ ਹੈ। ਅੱਜ 10 ਪੀੜ੍ਹੀਆਂ ਦੇ ਕੀਤੇ ਹੋਏ ਕੰਮ ਦੀ ਪਰਖ ਇਸ ਹਵੇਲੀ ਵਿੱਚ ਹੋਣੀ ਹੈ। ਤੁਸੀਂ ਚਾਲੀਆਂ ਨੇ ਇਕੱਲੇ ਨੇ ਨਹੀਂ, ਲੱਖਾਂ ਨਾਲ ਟਾਕਰਾ ਕਰਨਾ ਹੈ। ਅਰਦਾਸ ਕਰੀਏ ਉਸ ਕਰਤਾਰ ਦੇ ਅੱਗੇ ਕਿ ਅਸੀਂ ਇਸ ਪ੍ਰੀਖਿਆ ਦੇ ਵਿੱਚੋਂ ਪੂਰੇ ਉਤਰ ਸਕੀਏ। ਤਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਆਪ ਗੁਰੂ ਪਾਤਸ਼ਾਹ ਜੀ ਉਸ ਹਵੇਲੀ ਦੇ ਇਹ ਤਰਕੀਬ ਜਿਹੜੀ ਸੀ ਉਹ ਕਰਨ ਲੱਗੇ ਵੀ ਕਿਸ ਢੰਗ ਦੇ ਨਾਲ ਹਵੇਲੀ ਨੂੰ ਜਿਹੜਾ ਹੈ ਉਹ ਕੀਤਾ ਜਾਏ ਜਾਂ ਸਜਾਇਆ ਜਾਏ। ਕਿ 8 ਸਿੰਘ ਜਿਹੜੇ ਸਨ, ਉਹਨਾਂ ਦੇ ਵਿੱਚ ਵਿਛਾ ਕੇ ਸਤਿਗੁਰੂ ਪਾਤਸ਼ਾਹ ਜੀ ਨੇ 8 ਸਿੰਘਾਂ ਨੂੰ ਇੱਕ ਪਾਸੇ ਕਰ ਦਿੱਤਾ। ਮੇਨ ਦਰਵਾਜ਼ੇ ਦੇ ਉੱਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਆਪਣੇ 2 ਸਿੰਘ ਜਿਹੜੇ ਸਨ ਉਹਨਾਂ ਨੂੰ ਮੇਨ ਦਰਵਾਜ਼ੇ ਦੇ ਉੱਤੇ ਲਾਇਆ, ਜਿਹਦੇ ਵਿੱਚ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਜੀ ਦਾ ਨਾਮ ਆਉਂਦਾ ਹੈ। 2 ਸਿੰਘ ਜਿਹੜੇ ਸਨ ਉਹਨਾਂ ਨੂੰ ਆਗੂ ਬਣਾ ਕੇ 8 ਸਿੰਘ ਉਹਨਾਂ ਦੇ ਨਾਲ ਟੋਟਲ ਸੀ, ਜਿਨ੍ਹਾਂ ਨੂੰ ਇਹ ਪਹਿਰੇ ਦੇ ਉੱਤੇ 2 ਸਿੰਘਾਂ ਨੂੰ ਰੱਖਿਆ। ਦੂਜੇ ਪਾਸੇ ਭਾਈ ਦਇਆ ਸਿੰਘ, ਭਾਈ ਆਲਮ ਸਿੰਘ, ਭਾਈ ਧਰਮ ਸਿੰਘ ਜਿਹੜੇ ਸਨ ਉਹਨਾਂ ਨੂੰ ਦੂਜੇ ਪਾਸੇ ਕਰੜਾਈ ਦੇ ਹੁਕਮ ਦਿੱਤੇ। ਤੇ ਆਪ ਸਤਿਗੁਰੂ ਜੀ ਇਸ ਤਰ੍ਹਾਂ ਟਹਿਲਦੇ ਆਪ ਸਾਰੀ ਰਾਤ ਕਹਿੰਦੇ ਹਨ ਟਹਿਲਦੇ ਇੱਕ ਜਗ੍ਹਾ ਤੇ ਜਾ ਕੇ ਬੈਠ ਗਏ, ਉਸ ਸਥਾਨ ਦੇ ਉੱਤੇ ਜਿਹੜੀ ਜਗ੍ਹਾ ਸੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਆਨੰਦਪੁਰ ਦੀ ਧਰਤੀ ਦੇ ਉੱਤੇ ਜਦੋਂ ਦੇਖਿਆ ਇਸ ਤਰ੍ਹਾਂ ਦੇ ਪੂਰੀ ਤਰ੍ਹਾਂ ਤਰਕੀਬ ਬਣਾਈ, ਫਿਰ ਦੁਸ਼ਮਣ ਨਾਲ ਕਿਵੇਂ ਲੜਿਆ ਜਾਏਗਾ, ਕਿਵੇਂ ਹੋਏਗਾ, ਤੇ ਬਹੁਤ ਕਮਾਲ ਦੀਆਂ ਗੱਲਾਂ ਜਿਹੜੀਆਂ ਹਨ ਇੱਥੇ ਗੁਰਸਿੱਖਾਂ ਦੇ ਨਾਲ ਸਤਿਗੁਰੂ ਜੀ ਦੀਆਂ ਹੁੰਦੀਆਂ ਹਨ। ਤਾਂ ਇੱਥੇ ਕਹਿੰਦੇ ਨੇ ਹਵੇਲੀ ਨੂੰ ਜਿਹੜਾ ਘੇਰਾ ਪਾਇਆ ਉਹਦੇ ਚ ਨਾਮਵਰ ਜਰਨੈਲ ਸਨ। ਵਜ਼ੀਰ ਖਾਨ ਦੇ ਸੂਬੇਦਾਰ ਸਰਹੱਦ, ਨਾਰ ਖਾਂ, ਇਸਮਾਇਲ ਖਾਂ, ਉਸਮਾਨ ਖਾਂ, ਖਵਾਜਾ ਖਿਜ਼ਰ ਖਾਂ, ਸੁਲਤਾਨ ਖਾਂ, ਮੀਆਂ ਖਾਂ, ਦਿਲਾਵਰ ਖਾਂ, ਜ਼ਬਰਦਸਤ ਖਾਂ, ਹੋਰ ਇਹੋ ਜਿਹੇ ਜਰਨੈਲ ਕਿੰਨੇ ਨਾਂ ਨੇ ਜਿਹੜੇ ਬਹੁਤ ਵੱਡੇ ਜਰਨੈਲ ਤੇ ਮੰਨੇ ਜਾਂਦੇ ਸਨ। ਉਹਨਾਂ ਨੇ ਆ ਕੇ ਹਵੇਲੀ ਨੂੰ ਘੇਰਾ ਪਾ ਲਿਆ ਤੇ ਅੱਲਾਹੁ ਅਕਬਰ, ਜਾ ਅਲੀ ਦੇ ਨਾਰੇ ਆਸ-ਪਾਸ ਜਿਹੜੇ ਸੀ ਉਹ ਸ਼ੁਰੂ ਕਰ ਦਿੱਤੇ। ਤੇ ਕਲਗੀਧਰ ਪਾਤਸ਼ਾਹ ਜੀ ਦੇ ਬਾਰੇ ਵਿੱਚ ਸੋਹਣ ਸਿੰਘ ਸੀਤਲ ਨੇ ਬੜੀ ਕਮਾਲ ਦੀ ਗੱਲ ਲਿਖੀ ਹੈ। ਕਹਿੰਦਾ ਹੈ, ਬੋਲੇ ਫਿਰ ਦਸ਼ਮੇਸ਼ ਜੀ ਖੰਡਾ ਲਿਸ਼ਕਾ ਕੇ, ਮੈਂ 10 ਲੱਖ ਵੈਰੀ ਪਾਲਿਆ ਹੈ ਅੱਜ ਘੇਰਾ ਆ ਕੇ, ਮੈਂ ਤੱਕਣਾ ਹਾਂ ਬਲ ਤੁਸਾਂ ਦਾ ਅੱਜ ਇੰਜ ਅਜਮਾ ਕੇ, ਕਿ ਰੱਜਦਾ ਖੰਡਾ ਕਿਸੇ ਦਾ ਸਿਰ ਕਿਤਨੇ ਲਾ ਕੇ, ਮੈਂ ਸਮਝਾਂਗਾ ਸਿੱਖ ਉਸ ਨੂੰ ਜੋ ਰਣ ਵਿੱਚ ਜਾ ਕੇ ਅੱਜ 1.25 ਲੱਖ ਨਾਲ ਲੜੇਗਾ ਕੱਲਾ ਹੀ ਗਿਡਾ ਕੇ, ਜੋ ਰਾਹ ਆਪਣੇ ਵਿੱਚ ਵੈਰੀਆਂ ਦੀਆਂ ਲੋਥਾਂ ਦੇ ਢੇਰ ਲਗਾ ਕੇ, ਫਿਰ ਡਿੱਗੇ ਦੁਸ਼ਮਣ ਦਿਲਾਂ ਵਿੱਚ ਸੋ ਕਾਨੀ ਖਾ ਕੇ, ਮੈਂ ਆਇਆ ਪੁਰਖ ਅਕਾਲ ਤੋਂ ਇਹ ਆਗਿਆ ਲੈ ਕੇ, ਮੈਂ ਜਿੰਦਾ ਰੱਖਣਾ ਪੰਥ ਨੂੰ ਪੁੱਤ ਭੇਟ ਚੜਾ ਕੇ। ਸੋਹਣ ਸਿੰਘ ਸੀਤਲ ਨੇ ਇਹ ਲਿਖਿਆ ਵੀ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖਾਂ ਦੇ ਸੰਬੋਧਨ ਜਦੋਂ ਕੀਤਾ ਤੇ ਇਹ ਕਿਹਾ। ਅੱਗੋਂ ਸਿੱਖਾਂ ਨੇ ਜਵਾਬ ਦਿੱਤਾ, ਪਾਤਸ਼ਾਹ ਜੀ ਅਸੀਂ ਆਪ ਜੀ ਨੇ ਰਹਿਮਤ ਦਾ ਹੱਥ ਰੱਖਣਾ, ਅੱਜ ਅਸੀਂ ਇਕੱਲੇ ਨਾਲ ਨਹੀਂ, ਲੱਖਾਂ ਨਾਲ ਟਾਕਰਾ ਆਪ ਜੀ ਦੀ ਬਖਸ਼ਿਸ਼ ਨਾਲ ਲੜ ਸਕਦੇ ਹਾਂ। ਤੇ ਕਲਗੀਧਰ ਪਾਤਸ਼ਾਹ ਜੀ ਦੇ ਜਦੋਂ ਇਹ ਕੀਤਾ ਗਿਆ, ਸਿੱਖਾਂ ਦੇ ਜਕਾਰੇ ਗੂੰਜੇ, ਕਹਿੰਦੇ ਨੇ ਧਰਤੀ ਕੰਬ ਉੱਠੀ, ਸ੍ਰੀ ਸਾਹਿਬ ਜੀ ਸਹਾਏ, ਬੋਲੇ ਸੋ ਨਿਹਾਲ ਦੇ ਜਕਾਰਿਆਂ ਦੇ ਨਾਲ ਧਰਤੀ ਨੂੰ ਕਰਤਾ। ਹਜ਼ੂਰ ਦੇ ਸਾਹਮਣੇ
ਯੋਧਿਆਂ ਨੇ ਆਪਣੀਆਂ ਮੁੱਠਾਂ ਨੂੰ ਕਿਰਪਾਨਾਂ, ਆਪਣੇ ਹੱਥ ਕਿਰਪਾਨਾਂ ਦੀਆਂ ਮੁੱਠਾਂ ਨੂੰ ਪਾਏ, ਸਿਰ ਝੁਕਾ ਕੇ ਕਲਗੀਧਰ ਪਾਤਸ਼ਾਹ ਦੇ ਅੱਗੇ ਖੜੇ ਹੋ ਕੇ ਕਹਿਣ ਲੱਗੇ, ਦਤਾਰ ਜੀਓ, ਅਸੀਂ ਤਾਂ ਆਪ ਜੀ ਦੀ ਰਚਨਾ ਹਾਂ, ਅਸੀਂ ਤਾਂ ਆਪ ਜੀ ਦੇ ਅਨੁਭਵ ਤੇ ਪ੍ਰਕਾਸ਼ ਹਾਂ। ਜਿਹੋ ਜਿਹਾ ਆਪਨੇ ਬਣਾਇਆ ਹੈ ਉਹੋ ਜਿਹੇ ਅਸੀਂ ਬਣ ਗਏ ਹਾਂ। ਅਸੀਂ ਤਨ ਮਨ ਧਨ ਸੋਮ ਗੁਰ ਕੋ ਹੁਕਮ ਮੰਨੇ ਪਾਈਆ, ਪਾਏ ਦੇ ਮੁਤਾਬਕ ਜ਼ਿੰਦਗੀ ਨੂੰ ਜੀ ਰਹੇ ਹਾਂ। ਅਸੀਂ ਤਾਂ ਅੰਮ੍ਰਿਤ ਗੁਰ ਤੇ ਪਾਇਆ ਹੈ। ਇਹ ਪਾਤਸ਼ਾਹ ਜੀਓ, ਅਸੀਂ ਤਾਂ ਹੁਕਮ ਰਜਾਈ ਚੱਲਣ ਦੀ ਜਾਚ ਸਿੱਖ ਰਹੇ ਹਾਂ, ਅਭਿਆਸ ਕਰ ਰਹੇ ਹਾਂ। ਅਸੀਸ ਦਿਓ ਕਿ ਅਸੀਂ ਤੁਹਾਡੀ ਇਸ ਸਿੱਖਿਆ ਦੇ ਵਿੱਚ ਪੂਰੇ ਨਿਭਣ ਦੇ ਯੋਗ ਹੋ ਸਕੀਏ। ਹਜ਼ੂਰ ਨੇ ਆਪ ਨੇ ਸਾਨੂੰ ਦਾਸਾਂ ਨੂੰ ਮੌਤ ਤੋਂ ਮੁਕਤ ਕਰ ਦਿੱਤਾ ਹੈ। ਅਸੀਂ ਇਸ ਮੌਤ ਦੇ ਗੋਰਖ ਧੰਦੇ ਚੋਂ ਸਾਨੂੰ ਕੱਢ ਲਿਆ ਹੈ, ਤੂੰ ਅਮਰ ਖਾਲਸਾ ਬਣਾਇਆ ਹੈ। ਆਓ ਸਾਨੂੰ ਇਹ ਸਾਡੇ ਤੇ ਬਖਸ਼ਿਸ਼ ਦਾ ਹੱਥ ਰੱਖੋ ਕਿ ਅਸੀਂ ਤੁਹਾਡੀਆਂ ਇਸ ਖਾਸ਼ਾਂ ਦੇ ਵਿੱਚ ਪੂਰੇ ਉਤਰ ਸਕੀਏ। ਤੇ ਕਲਗੀਧਰ ਪਾਤਸ਼ਾਹ ਜੀ ਦੇ ਗੁਰਸਿੱਖਾਂ ਨੇ ਇਸ ਜਿਹੜੀ ਚਮਕੌਰ ਦੀ ਦਾਸਤਾਨ ਸ਼ੁਰੂ ਹੁੰਦੀ ਹੈ, ਤੇ ਰਾਤ ਜਦੋਂ ਪੈਂਦੀ ਹੈ, ਉੱਥੇ ਜਾ ਕੇ ਸਤਿਗੁਰੂ ਕਹਿੰਦੇ ਨੇ ਇੱਕ ਬੜੀ ਕਮਾਲ ਦੀ ਗੱਲ। ਸਤਿਗੁਰੂ ਕਹਿੰਦੇ ਨੇ, ਅੱਲਾ ਯਾਰ ਖਾਨ ਜੋਗੀ ਲਿਖਦਾ ਹੈ, ਜਿਸ ਕਿਤੇ में हम कहते थे आना ये वही है। ਕਹਿਣ ਲੱਗੇ, ਗੁਰੂ ਸਿੱਖੋ, ਅਸੀਂ ਕਹਿੰਦੇ ਸਾਂ ਨਾ, ਜਿੱਥੇ ਸਿੱਖੀ ਦਾ ਇਮਤਿਹਾਨ ਹੋਣਾ ਇਹੋ ਹੀ ਸਥਾਨ ਹੈ। ਕੱਲ ਲੂਟ ਕੇ ਜਿਸ ਜਗ੍ਹਾ ਸੇ ਜਾਣਾ ਇਹ ਵਹੀ ਹੈ, ਵੀ ਜਿਸ ਜਗ੍ਹਾ ਤੋਂ ਇੱਥੋਂ ਅਸੀਂ ਸਾਰਾ ਕੁਝ ਕੁਰਬਾਨ ਕਰ ਜਾਣਾ, ਇਹ ਜਗ੍ਹਾ ਉਹੀ ਹੈ। जिस जहां पे बच्चे कटाना ये वही है, मट्टी कह देते हैं ठिकाना ये वही है। ਵੀ ਇਹ ਉਹੀ ਟਿਕਾਣਾ ਹੈ ਜਿਸ ਟਿਕਾਣੇ ਦੇ ਉੱਤੇ ਜਾ ਕੇ ਅਸੀਂ ਇਸ ਮਿੱਟੀ ਦੀ ਜਿਹਨੂੰ ਕਹਿੰਦੇ ਨੇ, ਸਤਿਗੁਰੂ ਨੇ ਖੰਜਰ ਦੇ ਨਾਲ ਇਸ ਤਰ੍ਹਾਂ ਮਿੱਟੀ ਨੂੰ ਉਡਾਇਆ। ਤੇ ਭਾਈ ਦਿਆਲ ਸਿੰਘ ਨੇ ਪੁੱਛਿਆ ਕੀ? ਕਹਿਣ ਲੱਗੇ, ਇਹ ਸਰੀਰ ਰੂਪੀ ਮਿੱਟੀ ਦੇ ਪੂਤਲੇ ਇਸ ਮਿੱਟੀ ਵਰਗੇ ਹਨ ਜਿਹੜੇ ਇਸ ਤਰ੍ਹਾਂ ਉੜ ਜਾਂਦੇ ਹਨ। ਤਾਂ ਸਤਿਗੁਰੂ ਕਹਿਣ ਲੱਗੇ, ਇੱਕ ਮੋਰਚੇ ਫਿਰ ਵਹੀ ਸਰਕਾਰ ਦਰ ਆਏ, ਜਾਂ ਪਹੁੰਚੇ ਅਕਾਲੀ ਵਹੀ ਸਤਿਗੁਰ ਜਿੱਧਰ ਆਏ। ਤਾਂ ਇੱਥੇ ਅੱਲਾ ਸਿਆਣ ਖਾਂ ਜੋਗੀ ਨੇ ਇਹ ਗੱਲ ਬੜੀ ਕਮਾਲ ਦੀ ਲਿਖੀ ਹੈ। ਤੇ ਕਹਿੰਦੇ ਨੇ ਫਿਰ ਹੋਇਆ ਕੀ? ਜਦੋਂ ਸਾਰੇ ਪਹਿਰਿਆਂ ਤੇ ਲੱਗ ਕੇ ਰਾਤ ਪੈ ਗਈ, ਉਦੋਂ ਰਾਤ ਦੇ ਹਨੇਰੇ ਵਿੱਚ ਲੜਾਈਆਂ ਨਹੀਂ ਸੀ ਹੁੰਦੀਆਂ। ਰਾਤ ਪੈ ਗਈ ਤੇ ਸਤਿਗੁਰੂ ਆਪ ਜੀ ਇੱਕ ਜਗ੍ਹਾ ਦੇ ਉੱਤੇ ਸਿਰ ਝੁਕਾ ਕੇ ਬੈਠ ਗਏ। ਕਲਗੀਧਰ ਪਾਤਸ਼ਾਹ ਜੀ ਸਿਰ ਝੁਕਾ ਕੇ ਉੱਥੇ ਬੈਠ ਜਾਂਦੇ ਹਨ, ਸਿਰ ਗਰਦਨ ਝੁਕਾ ਕੇ। ਉਹਦੇ ਬਾਰੇ ਬੜਾ ਕੁਛ ਬੜਾ ਕਮਾਲ ਦਾ ਲਿਖਿਆ ਹੈ ਫਿਰ ਅੱਗੇ ਅੱਲਾ ਯਾਰ ਖਾਂ ਜੋਗੀ ਨੇ। ਤੇ ਕਹਿੰਦੇ ਨੇ ਕੁਝ ਸਿੱਖ ਲੇਟ ਜਾਂਦੇ ਹਨ, ਲੇਟਣ ਲਈ ਕੱਪੜਾ ਕੋਈ ਨਹੀਂ, ਤੇ ਘੋੜਿਆਂ ਦੀਆਂ ਕਾਠੀਆਂ ਤੋਂ ਜਿਹੜੇ ਜ਼ੀ-ਪੋਸ਼, ਜਿਹੜੇ ਘੋੜੇ ਦੇ ਅਸਤਰ ਬਸਤਰ ਹੁੰਦੇ ਨੇ, ਉਹ ਜੀ-ਪੋਸ਼ ਕਿਹਾ ਜਾਂਦਾ ਹੈ। ਜੋ ਉਹਨੇ ਲਿਖੇ ਲਫ਼ਜ਼ ਲਿਖੇ ਹਨ, ਮੈਂ ਉਹਦੀ ਗੱਲ ਕਰ ਰਿਹਾ ਹਾਂ। ਵੀ ਕੁਛ ਲੇਟ ਕੇ ਖਾਕ ਪਰ ਜੀ-ਪੋਸ਼ ਵਿਛਾ ਕਰ, ਵੀ ਕੁਛ ਜਿਹੜੇ ਸਨ ਉਹ ਧਰਤੀ ਦੇ ਉੱਤੇ ਲੇਟ ਜਾਂਦੇ ਹਨ। ਉਹ ਘੋੜਿਆਂ ਦੀਆਂ ਕਾਠੀਆਂ ਦੇ ਵਿੱਚ ਜਿਹੜੇ ਕੱਪੜੇ ਸਨ ਉਹਨੂੰ ਲਾਹ ਕੇ ਉੱਥੇ ਥੱਲੇ ਵਿਛਾ ਕੇ ਉਹਨਾਂ ਦੇ ਉੱਤੇ ਲੇਟ ਜਾਂਦੇ ਹਨ। ਪੈਰਾ ਲੱਗੇ ਦੇਣੇ ਕਈ ਤਲਵਾਰ ਉਠਾ ਕਰ। ਔਰ ਕਈ ਜਿਹੜੇ ਸਨ ਜਿਹਨਾਂ ਦੀ ਸੇਵਾ ਲੱਗੀ, ਉਹ ਪਹਿਰਾ ਦੇਣ ਦੇ ਉੱਤੇ ਲੱਗ ਗਏ, ਪਹਿਰਾ ਦੇਣ ਦੇ ਲੱਗ ਗਏ। ਗੋਬਿੰਦ ਵੀ ਸ਼ਾਬਾਸ਼ ਹੋਏ ਖੇਮਾ ਮੇ ਜਾ ਕਰ। ਸ਼ਾਬਾਸ਼ ਦਾ ਅਰਥ ਜਿਹੜੇ ਅੱਖਰੀ ਅਰਥ ਹੁੰਦੇ ਹਨ, ਉਹ ਰਾਤ ਨੂੰ ਆਰਾਮ ਕਰਨ ਦਾ ਥਾਂ ਹੁੰਦੀ ਹੈ ਸ਼ਾਬਾਸ਼। ਉੱਥੇ ਵੀ ਆਪਣੇ ਥਾਂ ਤੇ ਜਾ ਕੇ ਸਤਿਗੁਰੂ ਜੀ ਵੀ ਉੱਥੇ ਬੈਠ ਕੇ ਵੇਖਾ ਤੋਂ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ। ਕਹਿੰਦਾ ਦੇਖਿਆ ਤੇ ਉੱਥੇ ਸਤਿਗੁਰੂ ਜੀ ਕੋ ਲੇਟੇ ਨਹੀਂ, ਸਗੋਂ ਆਪਣੀ ਗਰਦਨ ਨੂੰ ਝੁਕਾ ਕੇ ਉੱਥੇ ਬੈਠੇ ਹੋਏ ਸਨ। ਤੇ ਕੀ ਕਰਦੇ ਸਨ? ਵਾਹਿਗੁਰੂ ਹੈ ਮੂੰਹ ਸੇ ਨਿਕਲਤਾ, ਹੈ ਤੂੰ ਹੀ, ਹੈ ਤੂੰ ਹੀ, ਹੈ ਤੂੰ ਹੀ ਮੂੰਹ ਸੇ ਨਿਕਲਤਾ। ਕਹਿੰਦੇ ਕਿਰਦਾਰ ਕਲਗੀਧਰ ਪਾਤਸ਼ਾਹ ਉਸ ਕਰਤਾਰ ਦੇ ਸ਼ੁਕਰਾਨੇ ਵਿੱਚ ਬੈਠੇ ਹੈ ਤੂੰ ਹੀ, ਹੈ ਤੂੰ ਹੀ, ਹੈ ਤੂੰ ਹੀ ਕਰ ਰਹੇ ਹਨ। ਤੇ ਕਹਿੰਦੇ ਸਤਿਗੁਰੂ ਜੀ ਜਦੋਂ ਤੂੰ ਹੀ ਕਰਦੇ, ਡੇਢ ਰਾਤ ਵੀ ਪੈਰ ਦਾ ਮੁੱਕਿਆ ਹੈ ਤੇ ਉੱਠ ਕੇ ਬੈਠਦੇ ਹਨ। जब डेढ़ घड़ी रात गई जिक्रे खुदा में, ਜਦੋਂ ਖੁਦਾ ਦੇ ਜ਼ਿਕਰੇ ਖੁਦਾ ਪ੍ਰਮਾਤਮਾ ਦੀ ਯਾਦ ਵਿੱਚ ਡੇਢ ਘੜੀ ਜਦੋਂ ਗੁਜ਼ਰ ਜਾਂਦੀ ਹੈ, खेमे से निकल आए, खेमे में निकल आ गए सरकार हवा में। ਕਹਿੰਦੇ ਨੇ ਉਸ ਫਿਰ ਆਪਣੀ ਜਗ੍ਹਾ ਤੋਂ ਉੱਠੇ, ਆ ਕੇ ਗੜੀ ਦੇ ਵਿੱਚ ਫਿੜੇ। ਕੀ ਹੋਇਆ? ਦੇਖਿਆ ਕੀ? ਕਹਿੰਦੇ ਕਦਮੋਂ ਸੇ ਟਹਿਲਤੇ ਮਗਰ ਦਿਲ ਹੈ ਦੁਆ में। ਦਿਲ ਉਹਨਾਂ ਦਾ ਪ੍ਰਮਾਤਮਾ ਦੀ ਬੰਦਗੀ ਵਿੱਚ ਜੁੜਿਆ ਹੈ। ਬੋਲੇ ਖੁਦਾਵੰਦ ਹੂੰ ਖੁਸ਼ ਤੇਰੀ ਰਜ਼ਾ ਮੈਂ। ਇਹ ਮੇਰੇ ਮਾਲਕਾ, ਮੈਂ ਤੇਰੀ ਰਜ਼ਾ ਦੇ ਵਿੱਚ ਖੁਸ਼ ਹਾਂ, ਮੈਂ ਤੇਰੀ ਰਜ਼ਾ ਦੇ ਵਿੱਚ ਹਾਂ। ਕਰਤਾਰ ਸੇ कहते थे गोया रूबरू होकर, कल जाऊंगा चमसौर से सुरखरू होकर। ਤੇ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੈ, ਤੇਰੀ ਬਖਸ਼ਿਸ਼ ਹੈ, ਕੱਲ ਚਮਕੌਰ ਦੇ ਇਸ ਗੜੀ ਵਿੱਚੋਂ ਮੈਂ ਸੁਰਖਰੂ ਹੋ ਕੇ ਜਾਵਾਂਗਾ। ਤਾਂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਪਿਆਰੇ ਸਿੱਖਾਂ ਨੂੰ, ਹਾਏ ਇਹ ਪਿਆਰੇ ਸਿੱਖ ਅੱਜ ਧਰਤੀ ਤੇ ਸੁੱਤੇ ਹੋਏ ਨੇ, ਸਤਿਗੁਰੂ ਨੂੰ ਨੀਂਦ ਕਿੱਥੋਂ ਆਣੀ ਹੈ? ਸਤਿਗੁਰੂ ਜੀ ਨੇ
ਇੱਕ ਨੂੰ ਚੁੱਕਿਆ, ਕਿਸੇ ਦੇ ਕੇਸ ਖਿਲਰੇ ਹੋਏ ਹਨ, ਗਿੱਲੇ ਕੱਪੜੇ ਸਰਸਾ ਨਦੀ ਨਾਲ ਭਿੱਜੀਆਂ ਹੋਈਆਂ ਉਹ ਸਾਰੇ ਬਸਤਰ। ਸਤਿਗੁਰੂ ਜੀ ਪਿਆਰ ਕਰਦੇ ਹਨ ਆਪਣੇ ਪਿਆਰੇ ਸਿੱਖਾਂ ਨੂੰ। ਕਿਸੇ ਸਤਿਗੁਰੂ ਜੀ ਕਿੰਨੀ ਕਮਾਲ ਦੀ ਸਿੱਖਾਂ ਦੇ ਨਾਲ ਪਿਆਰ ਹੈ ਗੁਰੂ ਜੀ ਦਾ। ਤੇ ਸਤਿਗੁਰੂ ਜੀ ਆਪ ਉਹਨਾਂ ਸੁੱਤੇ ਹੋਏ ਸਿੱਖਾਂ ਨੂੰ, ਜਿਹੜੇ ਲੇਟੇ ਆਰਾਮ ਕਰ ਰਹੇ ਹਨ, ਇਹ ਸਾਫੇ ਕਦੀ ਸਿੰਘੋਂ ਕੇ ਉਠਾਤੇ ਥੇ ਜਮੀ ਸੇ, ਵੀ ਕਿਸੇ ਕੱਪੜੇ ਹੋਏ ਉਹਨਾਂ ਨੂੰ ਇਕੱਠੇ ਕਰਦੇ ਜਿਹੜੇ ਉਹਨਾਂ ਦੇ ਸਨ। ਕੇਸ ਇਸਕੇ ਜੋ ਝਾੜੇ ਤੋਂ ਲੀ ਖਾਕ ਉਸਕੀ ਜਮੀ ਸੇ, ਜਿਹੜੇ ਕੇਸਾਂ ਨੂੰ ਕਿਸੇ ਦੇ ਖੁੱਲ ਗਏ ਸਨ ਉਹਨਾਂ ਕੇਸਾਂ ਨੂੰ ਆਪ ਮਹਾਰਾਜ ਨੇ ਬੰਨਿਆ। ਸਰ ਠੀਕ ਕੀਏ ਸਰ ਕੇ ਹੋਏ ਬਲਾਸ ਜੀ ਸੇ, ਵੀ ਆਪ ਉਹਨਾਂ ਨੇ ਠੀਕ ਕੀਤਾ। ਕਿਹੜੇ ਉਹਨਾਂ ਦੇ ਥੱਲੇ ਇਹ ਬਲਾਸ ਜੀ ਘੋੜਿਆਂ ਦੇ ਜਿਹੜੇ ਕੱਪੜੇ ਸਨ ਉਹਨਾਂ ਨੂੰ ਥੱਲੇ ਸਰਾਣੇ ਬਣਾ ਕੇ ਉਹਨਾਂ ਦੇ ਸਿਰਾਂ ਦੇ ਥੱਲੇ ਰੱਖਿਆ। ਇਹ ਯਾਰ ਖਾਨ ਜੋਗੀ ਲਿਖਦਾ, ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕहीं से, ਕਿਤੋਂ ਚੀਜ਼ ਚੁੱਕੀ ਕਿਸੇ ਦੇ ਸਿਰ ਤੇ ਰੱਖੀ, ਕਿਸੇ ਨੂੰ ਸਰਾਣਾ ਬਣਾ ਕੇ ਦਿੱਤਾ। ਹਾਸ਼ਾ ਕਿਸ ਮੁਰਜਾ ਜੇ ਇਸਾਰ ਨਹੀਂ ਹੈ, ਜੇ ਪਿਆਰ ਕਿਸੇ ਪੀਰ ਮੇ ਜਿਨਹਾਰ ਨਹੀਂ ਹੈ। ਕਹਿੰਦਾ ਹਾਏ ਇੰਨਾ ਪਿਆਰ ਗੁਰੂ ਦੇ ਪਿਆਰੇ ਸਿੱਖਾਂ ਦਾ, ਇੰਨਾ ਸਿੱਖ ਤੇ ਗੁਰੂ ਦੇ ਆਪਸੀ ਸੰਘ ਦਾ ਰਿਸ਼ਤਾ, ਇੰਨੇ ਪਿਆਰੇ, ਇੰਨਾ ਪਿਆਰ ਸੀ ਉਹਦੇ ਨਾਲ। ਤੋ ਉੱਥੇ ਚਮਕੌਰ ਦੇ ਸਤਿਗੁਰੂ ਪਾਤਸ਼ਾਹ ਜਦੋਂ ਸਾਹਿਬਜ਼ਾਦਿਆਂ ਦੇ ਕੋਲ ਜਾਂਦੇ ਨੇ ਤੇ ਸਾਹਿਬਜ਼ਾਦਿਆਂ ਦਾ ਵੀ ਸਵਾਰਦੇ ਨੇ। ਉਹਦੇ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਪਿਆਰ ਕੀਤਾ ਹੈ। ਪਤਾ ਹੈ ਕੱਲ ਇਹਨਾਂ ਦਾ ਆਖਰੀ ਦਿਨ ਹੈ, ਕਲਗੀਧਰ ਪਾਤਸ਼ਾਹ जानते हैं जिन सिंहों ने कल मौत के साहिल था उतरना, कल सुबह था जिन खालसे ने जंग में लड़ना, बाली से शहदे हुए जब के गुजरना, मुश्किल हुआ इस चाके से कदम आगे को धरना, चूमा कभी हलकूम दह चूमने बैठे, जब पाई थी आए तो चरण चूमने बैठे। ਕਹਿੰਦੇ ਬਾਦ ਸਿੰਘਾਂ ਦੇ ਪਿਆਰ ਵਾਲੇ ਕਦਮਾਂ ਨੂੰ ਵੀ ਚੁੰਮਿਆ, ਵੀ ਇਹਨਾਂ ਕਮਾਲ ਦੇ ਸਿੱਖ ਨੇ, ਇਹਨਾਂ ਦੇ ਕਦਮ ਵੀ ਕਮਾਲ ਦੇ ਨੇ, ਇਹਨਾਂ ਦੇ ਉਹ ਕਦਮ ਵੀ ਕਮਾਲ ਦੇ ਹਨ ਜਿਸ ਕਦਮ ਦੇ ਨਾਲ ਇਹਨਾਂ ਨੇ ਆ ਕੇ ਇੱਥੇ ਚਮਕੌਰ ਦੀ ਗੜੀ ਦੇ ਵਿੱਚ ਕਦਮ ਰੱਖੇ ਹਨ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਚਮਕੌਰ ਦੀ ਗੜੀ ਨੂੰ ਸਵੇਰ ਹੁੰਦਿਆਂ ਪਤਾ ਹੈ ਯੁੱਧ ਹੋਏਗਾ, ਰਾਤ ਸਿੱਖਾਂ ਦੇ ਜੋਨੀ ਸੇਵਾ ਸੀ ਰੱਜ ਕੇ ਕੀਤੀ। ਸਤਿਗੁਰ ਤਿਆਰ ਬੈਠੇ ਸਨ ਚਮਕੌਰ ਦੀ ਗੜੀ ਦੇ ਉੱਤੇ। ਤੇ ਵਜ਼ੀਰ ਖਾਂ ਕਹਿਣ ਲੱਗਾ, ਉਹ ਭਲਿਓ ਇਹ ਚਮਕੌਰ ਦੀ ਗੜੀ ਹੈ, ਇਹ ਕਿੰਨੇ ਕੁ ਸਿੱਖ ਅੰਦਰ ਨੇ, ਇਹਨਾਂ ਸਿੱਖਾਂ ਨੂੰ ਤੁਸੀਂ ਬਜਾਏ ਹਮਲਾ ਕਰਨ ਦੇ ਉਸੇ ਤਰ੍ਹਾਂ ਹੀ ਫੜ ਲਿਆ ਜਾਵੇ, ਤਾਂ ਇਹ ਕਿਸ ਤਰ੍ਹਾਂ ਹੋਵੇਗਾ। ਤਾਂ ਇਹ ਚਮਕੌਰ ਦੀ ਗੜੀ ਦਾ ਦਾਸਤਾਨ ਬੜੀ ਕਮਾਲ ਦੀ ਹੈ। ਜਿਹੜਾ ਆਪਾਂ ਥੋੜਾ ਜਿਹਾ ਇਤਿਹਾਸ ਦੇ ਪੰਨਿਆਂ ਨੂੰ ਦੇਖ ਲਈਏ ਤਾਂ ਵਜ਼ੀਰ ਖਾਨ ਦੀ ਫੌਜ ਦੇ ਵਿੱਚ ਇਹ ਸ਼ੇਰ ਅਫਗਾਨ ਖਾਨ ਜੋ ਮਲੇਰਕੋਟਲੇ ਸਨ, ਮੰਨੇ ਹੋਏ ਯੋਧੇ ਸਨ ਉਸ ਵੇਲੇ। ਇਹਨਾਂ ਨੇ ਉਹਨਾਂ ਨੂੰ ਕਿਹਾ, ਨਾਰ ਖਾਂ ਇਹ ਬਹਾਦਰੀ ਦੀਆਂ ਟਾਰਾਂ ਘਰ ਕੇਵਲ ਜਨਾਨੀਆਂ ਕੋਲ ਬਹਿ ਕੇ ਮਾਰੀ ਦੀਆਂ ਹਨ। ਮੈਦਾਨੇ ਜੰਗ ਵਿੱਚ ਕੋਈ ਖਾਨ ਦੀ ਹਿੰਮਤ ਹੈ ਕਿ ਇਸ ਹਵੇਲੀ ਦੇ ਉੱਤੇ ਅਸੀਂ ਪੌੜੀਆਂ ਲਾ ਕੇ ਨਹੀਂ ਚੜ ਸਕਦੇ। ਆਪਣੇ ਜਰਨੈਲਾਂ ਨੂੰ ਵਜ਼ੀਰ ਖਾਂ ਗੱਲ ਕਰ ਰਿਹਾ। ਇਹ ਤਾਨਾ ਸੁਣ ਕੇ ਨਾ ਖਾਂ ਵੀ ਜਰਾ ਗੁੱਸੇ 'ਚ ਆ ਕੇ ਜਿਹੜਾ ਭੜਕਦਾ ਹੈ, ਕਹਿਣ ਲੱਗਾ, ਨਾਜ਼ਮ ਸਾਹਿਬ ਮੈਂ ਜਿਉਂਦਾ ਫਿਰਦਾ, ਜੇ ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਮੈਂ ਜਾਂਦਾ ਹਾਂ। ਹਾਂ ਠੀਕ ਹੈ, ਗੁਰੂ ਨੂੰ ਜਿੱਤ ਲੈਣਾ ਸ਼ਾਇਦ ਤੁਹਾਡੇ ਤੇ ਮੇਰੇ ਵੱਸ ਦੀ ਗੱਲ ਨਹੀਂ ਹੈ, ਪਰ ਉਸ ਨਾਲ ਟੱਕਰਾ ਕਰਕੇ ਮਰਨਾ ਤਾਂ ਮੇਰੇ ਵੱਸ ਦੀ ਗੱਲ ਹੈ। ਮੈਂ ਵੇਖਾਂਗਾ ਕਿ ਫੌਜ ਵਿੱਚ ਕਿੰਨੇ ਕੁ ਹੋਰ ਯੋਧੇ ਹਨ ਜਾਂ ਹੋਰ ਕਿੰਨੇ ਕੁ ਮਰਦ ਹਨ ਜੋ ਮੇਰੇ ਮਗਰ ਆਉਂਦੇ ਹਨ, ਮੇਰੇ ਮਗਰ ਤੁਰਦੇ ਹਨ। ਨਾਰ ਖਾਂ ਅੱਗੇ ਨੂੰ ਵਧਿਆ ਤੇ ਗਣੀ ਖਾਂ ਤੇ ਖਵਾਜਾ ਮਹਿਮੂਦ ਅਲੀ, ਜਿਹਨੂੰ ਖਵਾਜਾ ਖਿਜ਼ਰ ਖਾਂ ਵੀ ਕਿਹਾ ਜਾਂਦਾ ਹੈ, ਇਹਨੂੰ ਜਿਹਦਾ ਜ਼ਿਕਰ ਕਲਗੀਧਰ ਪਾਤਸ਼ਾਹ ਨੇ ਜ਼ਫਰਨਾਮੇ 'ਚ ਵੀ ਕੀਤਾ ਹੈ, ਤੇ ਇਹ ਉਹਦੇ ਮਗਰ ਲੱਗ ਕੇ ਅੱਗੇ ਨੂੰ ਤੁਰ ਪੈਂਦੇ ਹਨ। ਬੜਾ ਕਹਿਰੀ ਹਮਲਾ ਸੀ ਵੈਰੀ ਦਾ, ਇਹਨੂੰ ਬੜਾ ਸਖਤ ਹਮਲਾ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਕੰਧ ਦੇ ਨੇੜੇ ਆ ਗਏ, ਕਈ ਥਾਈਂ ਪੌੜੀਆਂ ਲਾ ਕੇ ਕੰਧ ਤੇ ਚੜ੍ਹਨ ਲੱਗੇ। ਜਿੰਨੇ ਕੁ ਕੰਧ ਤੋਂ ਉੱਚੇ ਹੁੰਦੇ ਤੀਰਾਂ ਦੇ ਨਾਲ ਕਲਗੀਧਰ ਪਾਤਸ਼ਾਹ ਉਹਨਾਂ ਨੂੰ ਥੱਲੇ ਸੁੱਟ ਦਿੰਦੇ। ਉਹ ਆਪਣੇ ਸਿਪਾਹੀਆਂ ਨੂੰ ਮਰਦੇ ਦੇਖ ਕੇ ਨਾਰ ਖਾਨ ਤੇ ਗਣੀ ਖਾਨ ਜਿਹੜੇ ਸੀ ਉਹ ਬੜੇ ਜੋਸ਼ 'ਚ ਆ ਗਏ। ਦੋਵੇਂ ਸੂਰਮੇ ਸੀ, ਸਜੋਆਂ ਦੇ ਨਾਲ ਮੜੇ ਹੋਏ ਉਹਨਾਂ ਦੇ ਸਰੀਰ। ਹਲੇ ਕੰਧ ਤੋਂ ਉੱਚੇ ਸਰੀਰ ਕੀਤਾ ਸੀ ਨਾਰ ਖਾਨ ਨੇ, ਤੇ ਕਲਗੀਧਰ ਪਾਤਸ਼ਾਹ ਨੇ ਅੱਗੋਂ ਜਵਾਬ ਦਿੱਤਾ ਕਿ ਆਵਾਜ਼ ਮਾਰੀ, ਨਾਰ ਖਾਂ ਜਰਾ ਸੰਭਲ ਕੇ, ਮੇਰਾ ਤੀਰ ਆ ਰਿਹਾ ਹੈ। ਤੇ ਸਤਿਗੁਰੂ ਜੀ ਨੇ ਨਾਰ ਖਾਨ ਨੂੰ ਇੱਕੋ ਹੀ ਤੀਰ ਬਖਸ਼ਿਆ, ਜੋ ਪੌੜੀ ਤੋਂ ਧਰਤੀ ਦੇ ਉੱਤੇ ਟੇਕ ਕੇ ਸਦਾ ਲਈ ਤੜਫ ਕੇ ਆਪਣੀ ਜਾਨ, ਇਸ ਯੋਧੇ ਨੇ ਆਪਣੀ ਜਾਨ ਜਿਹੜੀ ਸੀ ਦੇ ਦਿੱਤੀ। ਤੇ ਦੂਜਾ ਤੀਰ ਸਤਿਗੁਰੂ ਪਾਤਸ਼ਾਹ ਨੇ ਗਣੀ ਖਾਨ ਨੂੰ ਮਾਰਿਆ ਤੇ ਉਹ ਵੀ ਪੌੜੀ ਤੋਂ ਜਾ ਕੇ ਥੱਲੇ ਡਿੱਗ ਪੈਂਦਾ। ਦੋਵਾਂ ਨੂੰ ਡਿੱਗਦੇ ਹੋਏ ਦੇਖ ਕੇ ਖਵਾਜਾ ਮਹਿਮੂਦ ਅਲੀ ਜਾਂ ਖਵਾਜਾ ਖਿਜ਼ਰ ਖਾਨ ਜਿਹਦਾ ਨਾਂ ਲਿਖਿਆ ਤੇ
ਕਲਗੀਧਰ ਪਾਤਸ਼ਾਹ ਜੀ ਨੇ ਨਾਂ ਹੋਰ ਲਿਖਿਆ, ਉੱਥੇ ਹੋਰ ਹੈ, ਲੇਕਿਨ ਬੰਦਾ ਇੱਕੋ ਹੀ, ਇਨਸਾਨ ਇੱਕੋ ਹੀ ਹੈ। ਉਹਨੂੰ ਡਰਪੋਕ ਕਹਿ ਕੇ ਮਹਾਰਾਜ ਨੇ ਜ਼ਿਕਰ ਕੀਤਾ ਆਪਣੇ ਉਸ ਲਿਖਤਾਂ ਦੇ ਵਿੱਚ, ਕਲਗੀਧਰ ਪਾਤਸ਼ਾਹ ਨੇ। ਕਹਿੰਦੇ ਤੇਰਾ ਇੱਕ ਜਰਨੈਲ ਸੀ ਖਵਾਜਾ ਖਿਜ਼ਰ ਖਾਂ ਮਹਿਮੂਦ ਅਲੀ ਦੇ ਨਾਂ ਦਾ, ਉਹਨੂੰ ਖਿਜ਼ਰ ਖਾਂ ਮਹਾਰਾਜ ਨੇ ਲਿਖਿਆ। ਕਹਿੰਦੇ ਨੇ ਇਹ ਜਦੋਂ ਉਹਨੇ ਦੇਖਿਆ ਵੀ ਨਾਰ ਖਾਂ ਵੀ ਡਿੱਗ ਪਿਆ, ਗਣੀ ਖਾਂ ਵੀ ਡਿੱਗ ਪਿਆ, ਤੇ ਗੁਰੂ ਸਾਹਿਬ ਅੱਗੇ ਸਿਰ ਉੱਚੀ ਦੇਖਿਆ ਵੀਰ ਆਸਣ ਲਾ ਕੇ ਬੈਠੇ ਹੋਏ ਨੇ, ਤੇ ਉਹਨੂੰ ਦੇਖ ਕੇ ਇਸ ਤਰ੍ਹਾਂ ਹੋਇਆ ਜਿੱਦਾਂ ਬਾਜ ਨੂੰ ਦੇਖ ਕੇ ਕਬੂਤਰ ਘਬਰਾ ਜਾਂਦਾ। ਪਹਿਲੇ ਤਾਂ ਦੋਨੇ ਬੰਦੇ ਤੀਰ ਖਾ ਕੇ ਡਿੱਗੇ ਸਨ, ਪਰ ਇਹ ਬਿਨਾਂ ਤੀਰ ਖਾਦੇ ਧਰਤੀ ਤੇ ਡਿੱਗ ਪਿਆ, ਤੇ ਇਹਨੇ ਆਪਣੀ ਜਾਨ ਜਿਹੜੀ ਸੀ ਬਚਾ ਲਈ। ਖਵਾਜਾ ਖਿਜ਼ਰ ਖਾਂ ਦਾ ਜ਼ਿਕਰ ਕੀਤਾ, ਇੱਕ ਬਚ ਗਿਆ ਮੇਰੇ ਹੱਥ ਤੋਂ। ਕਲਗੀਧਰ ਪਾਤਸ਼ਾਹ ਜੋ ਲਿਖਦੇ ਨੇ ਵੀ ਇੱਕ ਬਚ ਗਿਆ ਤੇਰਾ ਜਰਨੈਲ, ਜਿਹੜਾ ਸੀ ਜਿਹੜਾ ਕਾਇਰ ਹੈ, ਨਾਲ ਲਫ਼ਜ਼ ਨੂੰ ਕਾਇਰ ਵਰਤਿਆ, ਜਿਹਨੂੰ ਰਣ ਦੇ ਮੈਦਾਨ ਵਿੱਚ ਭੱਜਿਆ ਹੈ ਤੇ ਆਪ ਥੱਲੇ ਡਿੱਗ ਕੇ, ਤੇ ਉਹਦਾ ਖਵਾਜਾ ਖਿਜ਼ਰ ਖਾਂ ਦਾ ਜ਼ਿਕਰ ਸਤਿਗੁਰੂ ਜੀ ਨੇ ਉੱਥੇ ਕੀਤਾ ਹੈ। ਤੇ ਇੱਥੇ ਗੁਰੂ ਪਾਤਸ਼ਾਹ ਜੀ ਨੇ ਜਦੋਂ ਇਹ ਦੇਖਿਆ ਵੀ ਇਹ ਨਾਰ ਖਾਂ ਵਜ਼ੀਰ ਖਾਂ ਨੇ ਦੇਖਿਆ ਵੀ ਨਾਰ ਖਾਂ ਵੀ ਮਰ ਗਿਆ, ਗਣੀ ਖਾਂ ਵੀ ਮਰ ਗਿਆ, ਖਵਾਜਾ ਖਿਜ਼ਰ ਖਾਂ ਭੱਜ ਗਿਆ, ਤਾਂ ਉਹਨੂੰ ਕਿਹਾ ਵੀ ਇਹ ਹੁਣ ਇੱਕ ਦੀਵਾਰਾਂ ਦੇ ਉੱਤੇ ਪੌੜੀਆਂ ਲਾ ਕੇ ਨਹੀਂ ਚੜਿਆ ਜਾ ਸਕਦਾ। ਇਹ ਕਹਿ ਲਈਏ ਕਿ ਕੰਧ ਉੱਤੇ ਚੜਨ ਦਾ ਦੁਬਾਰਾ ਗੜੀ ਦੀ ਕੰਧ ਉੱਤੇ ਚੜਨ ਦਾ ਕਿਸ ਦਾ ਹੌਸਲਾ ਹੀ ਨਹੀਂ ਹੋਇਆ। ਕੋਈ ਸੋਚ ਵਿਚਾਰ ਕੇ ਫਿਰ ਉਹ ਦਰਵਾਜ਼ਾ ਤੋੜਨ ਵਾਲੇ ਪਾਸੇ ਅੱਗੇ ਵਧੇ ਹਨ। ਹੁਣ ਦੁਸ਼ਮਣ ਨੇ ਹਮਲਾ ਕੀਤਾ ਉਸ ਦਰਵਾਜ਼ੇ ਵਾਲੇ ਪਾਸੇ, ਚਮਕੌਰ ਦੀ ਗੜੀ ਵਾਲੇ ਪਾਸੇ, ਜਿੱਥੇ ਭਾਈ ਕਾਠਾ ਸਿੰਘ ਜੀ ਦੇ ਮੈਂ ਦਿਨ ਦਾ ਜ਼ਿਕਰ ਕੀਤਾ ਹੈ, ਜਿਹੜੇ ਦੋ ਸਿੱਖ ਪਹਿਰਾ ਦਿੰਦੇ, ਭਾਈ ਪ੍ਰਹਲਾਦ ਸਿੰਘ ਤੇ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਸੀ। ਉਹਦੇ ਵਿੱਚੋਂ ਕਹਿੰਦੇ ਨੇ ਭਾਈ ਕਾਠਾ ਸਿੰਘ ਜੀ ਇੱਥੇ ਸ਼ਹੀਦ ਹੋ ਜਾਂਦੇ ਹਨ। ਜਦੋਂ ਦੁਸ਼ਮਣ ਦਾ ਕਹਿਰ ਦਾ ਹਮਲਾ ਸੀ, ਜਿਹਦੇ ਵਿੱਚ ਇਹ ਲੜਦੇ ਹੋਏ ਆਪਣਾ ਪਹਿਰਾ ਦਿੰਦੇ ਹੋਏ ਭਾਈ ਕਾਠਾ ਸਿੰਘ ਜੀ ਇੱਥੇ ਸ਼ਹੀਦ ਹੋ ਜਾਂਦੇ ਹਨ। ਤੇ ਇਹ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਜਦੋਂ ਸਿੰਘਾਂ ਨੇ ਅੱਗੇ ਮੁਕਾਬਲਾ ਕੀਤਾ, ਤੇ ਦੁਸ਼ਮਣ ਨੇ ਫਿਰ ਅੱਗੇ ਵਧਣ ਦਾ ਹਮਲਾ ਨਹੀਂ ਕੀਤਾ। ਫਿਰ ਉਹੀ ਸਕੀਮਾਂ ਤੇ ਹੁੰਦੀਆਂ, ਜਦ ਸਿੰਘ ਸਾਡੇ ਫਿਰ ਗੁਰੂ ਪਾਤਸ਼ਾਹ ਜੀ ਨੇ 5 ਸਿੰਘਾਂ ਦੇ ਜੱਥੇ ਜਿਹੜੇ ਸਨ ਉਹ ਭੇਜਣੇ ਸ਼ੁਰੂ ਕੀਤੇ। ਸਤਿਗੁਰੂ ਜੀ ਨੇ 5 ਸਿੰਘਾਂ ਦੇ ਜੱਥੇ ਜਿਹੜੇ ਸਨ ਉਹ ਭੇਜਣੇ ਸ਼ੁਰੂ ਕੀਤੇ ਕਿ ਇਹ ਹੁਣ ਲੜਾਈ ਦਾ ਜਿਹੜਾ ਟਾਕਰਾ ਹੈ ਇਹ ਅੰਦਰ ਨਹੀਂ ਬਾਹਰ ਹੋਣਾ ਚਾਹੀਦਾ ਹੈ, ਤੇ ਜੇ ਬਾਹਰ ਹੋਏਗਾ ਤੇ ਉਸ ਤੋਂ ਬਾਅਦ ਜਿਹੜਾ ਜ਼ਿਕਰ ਆਏਗਾ ਇਤਿਹਾਸ ਦੇ ਵਿੱਚ, ਉਹਦੇ 'ਚ ਪਤਾ ਲੱਗੇਗਾ ਲੜਾਈ ਦਾ ਮੈਦਾਨ ਕਿਵੇਂ ਹੁੰਦਾ ਹੈ। ਤਾਂ ਸਤਿਗੁਰੂ ਜੀ ਨੇ ਜਿਹੜਾ 5 ਸਿੰਘਾਂ ਦੇ ਜੱਥਿਆਂ ਨੂੰ ਭੇਜਣਾ ਸ਼ੁਰੂ ਕੀਤਾ। ਪਹਿਲੇ ਜੱਥੇ 'ਚ ਹਿੰਮਤ ਸਿੰਘ ਪਿਆਰੇ ਦੀ ਸ਼ਹਾਦਤ ਹੁੰਦੀ ਹੈ, ਜਿਹੜਾ ਪਿਆਰਿਆਂ ਦੇ ਵਿੱਚ ਸੀ। ਹਿੰਮਤ ਸਿੰਘ ਪਿਆਰਾ ਜਦੋਂ ਅੱਗੇ ਨੂੰ ਵੱਧਦੇ ਹਨ ਤੇ ਹੱਥ ਜੋੜ ਕੇ ਗੁਰਦੇਵ ਦੇ ਸਾਹਮਣੇ ਆ ਕੇ ਖੜੇ ਹੋ ਕੇ ਕਹਿੰਦੇ ਨੇ, ਪਾਤਸ਼ਾਹ ਆਪ ਫਰਮਾਇਆ ਕਰਦੇ ਹੋ ਕਿ ਜਿਉਂਦੇ ਜੀ ਕਦੇ ਦੁਸ਼ਮਣ ਨੇ ਆਪਣੇ ਘਰ ਵਿੱਚ ਪੈਰ ਨਹੀਂ ਰੱਖਣ ਦੇਣਾ। ਇਸ ਵੇਲੇ ਕੱਚੀ ਹਵੇਲੀ ਪੰਥ ਦਾ ਘਰ ਹੈ। ਅਸੀਂ ਜਿਉਂਦੇ ਜੀ ਵੈਰੀ ਨੂੰ ਇਹ ਕਦੀ ਵੀ ਪੰਥ ਦੇ ਘਰ ਨੂੰ ਉਜਾੜਨ ਨਹੀਂ ਦੇਵਾਂਗੇ। ਅਸੀਂ ਜਿਉਂਦੇ ਜੀ ਕਦੀ ਵੀ ਇਹ ਨਹੀਂ ਹੋ ਸਕਦਾ ਕਿ ਵੈਰੀ ਦਲ ਦਰਵਾਜ਼ਾ ਤੋੜ ਕੇ ਅੰਦਰ ਆ ਜਾਏ ਔਰ ਇੱਥੇ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਮਾਰ ਦੇਵੇ। ਆਗਿਆ ਬਖਸ਼ੋ, ਅਸੀਂ ਪੰਜੇ ਹਵੇਲੀ ਤੋਂ ਬਾਹਰ ਜਾ ਕੇ ਇਹਦਾ ਟਾਕਰਾ ਕਰੀਏ। ਪਿਆਰੇ ਭਾਈ ਹਿੰਮਤ ਸਿੰਘ ਜੀ, ਗੁਰਦੇਵ ਨੇ ਸੱਜਾ ਹੱਥ ਉੱਪਰ ਚੁੱਕ ਕੇ ਇਸ ਤਰ੍ਹਾਂ ਫਰਮਾਇਆ, ਤੁਸੀਂ 5 ਨਹੀਂ 5 ਲੱਖ ਹੋ। ਮੇਰਾ ਹਰ ਅੰਮ੍ਰਿਤਧਾਰੀ ਸਵਾ ਲੱਖ ਦੀ ਇੱਕ ਫੌਜ ਹੈ। ਮੈਂ ਇੱਕ ਨੂੰ ਸਵਾ ਲੱਖ ਨਾਲ ਲੜਦਾ ਵੇਖਣਾ ਚਾਹੁੰਦਾ ਹਾਂ। ਮੈਂ ਵਾਅਦਾ ਕੀਤਾ ਹੈ ਕਿ ਸਵਾ ਨਾਲ ਇਕੱਲਾ ਲੜਨ ਵਾਲੇ ਸੂਰਮੇ ਪੈਦਾ ਕਰਾਂਗਾ। ਮੈਂ ਵਾਅਦਾ ਕੀਤਾ ਹੈ, ਜਾਓ ਸਾਡਾ ਵਚਨ ਪੂਰਾ ਕਰੋ। ਅੱਜ ਤੋਂ ਸਾਡਾ ਹਰ ਇੱਕ ਤਿਆਰ ਬਰ ਤਿਆਰ ਸਿੰਘ 1.25 ਲੱਖ ਖਵਾਏਗਾ, 1.25 ਲੱਖ ਕਹਾਏਗਾ। ਆਪਣੇ ਧਰਮ ਦੀ, ਆਪਣੇ ਘਰ ਦੀ, ਆਪਣੀ ਕੌਮ ਦੀ ਰੱਖਿਆ ਕਰਨੀ ਜਿਉਂਦੀਆਂ ਕੌਮਾਂ ਦਾ ਸਭ ਤੋਂ ਪਹਿਲਾ ਫਰਜ਼ ਹੁੰਦਾ ਹੈ। ਜਾਓ ਇਹ ਫਰਜ਼ ਨਿਭਾਓ, ਜਾ ਕੇ ਸ਼ਹੀਦ ਹੋ ਜਾਓ ਤੇ ਅਕਾਲ ਪੁਰਖ ਦੇ ਦਰ ਤੇ ਜਾ ਕੇ ਸੁਰਖਰੂ ਹੋਵੋ। ਗੁਰਦੇਵ ਦੀ ਆਗਿਆ ਪਾ ਕੇ, ਸਤਿਗੁਰੂ ਜੀ ਦਾ ਹੁਕਮ ਮੰਨ ਕੇ ਇਹ ਪੰਜੇ ਸਿੰਘ ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾਉਂਦੇ ਹੋਏ ਇਹ ਬੋਲੇ ਸੋ ਨਿਹਾਲ ਤੇ ਸਤਿ ਸ੍ਰੀ ਅਕਾਲ ਦੇ ਗਜਾਰੇ ਗਜਾਉਂਦੇ ਹਵੇਲੀ ਤੋਂ ਬਾਹਰ ਨਿਕਲਦੇ ਹਨ। ਵੈਰੀ ਦਲ ਦੇਖ ਕੇ ਇਉਂ ਡਰਦਾ ਹੈ ਜਿਵੇਂ ਸ਼ੇਰਾਂ ਨੂੰ ਵੇਖ ਕੇ ਗਿੱਦੜ ਡਰ ਜਾਂਦੇ ਨੇ। ਦਿਲ ਵਿੱਚ ਮਰਨ ਦਾ ਧਰਮ ਯੁੱਧ ਲਈ ਮਰਨ ਦਾ ਚਾਅ ਲੈ ਕੇ ਇਹ ਜੂਝਣ ਵਾਲੇ ਜੇ ਸਿੱਖ ਤੇ ਜਾਨ ਬਚਾ ਕੇ ਲੜਨ ਵਾਲਿਆਂ ਵਿੱਚ ਬੜਾ ਫਰਕ ਹੁੰਦਾ ਹੈ। ਇੱਕ ਪਾਸੇ ਤਨਖਾਹਦਾਰ ਜਾਨ ਬਚਾਉਣ ਵਾਲੇ, ਦੂਜੇ ਪਾਸੇ ਧਰਮ ਦੇ ਨਾਂ ਦੇ ਉੱਤੇ ਜੂਝਣ ਵਾਲੇ ਸਿੱਖ। ਇਹ ਸਿੱਖ ਤਾਂ ਆਏ ਕੇਵਲ ਸ਼ਹੀਦ ਹੋਣ ਵਾਸਤੇ ਸਨ, ਲੜਾਈ ਦੇ ਮੈਦਾਨ ਵਿੱਚ ਉਤਰੇ ਇਸ ਵਾਸਤੇ ਸਨ। ਉਹਨਾਂ ਸਾਹਮਣੇ ਬਦੋ ਰੱਦੀ ਲੜਨ ਵਾਲਿਆਂ ਨੇ ਖੜੇ ਕੀ ਹੋਣਾ ਸੀ। ਜਿਸ ਪਾਸੇ ਇਹ ਪੰਜੇ ਸ਼ੇਰ ਧਾਵਾ ਬੋਲਦੇ ਵੈਰਿਆਂ ਨੂੰ ਰਸਦਿਆਂ ਹੋਇਆ ਰਸਤਾ ਨਾ ਲੱਭਦਾ। ਅੰਤ ਆਪਣੇ ਨਾਲ ਕਈ ਗੁਣਾ ਵਧੇਰੇ ਇਹ ਸਿੱਖਾਂ ਨੂੰ
ਦੇ ਨਾਲ ਲੜਦੇ ਲੜਦੇ ਇਹ ਕਈ ਗੁਣਾ ਵਧੇਰੇ ਦੁਸ਼ਮਣ ਨਾਲ ਲੜਦੇ ਲੜਦੇ ਇਹ ਸ਼ਹੀਦ ਪਾ ਜਾਂਦੇ ਹਨ। ਇਸ ਤੋਂ ਬਾਅਦ ਸਿੰਘਾਂ ਦਾ ਦੂਸਰਾ ਜੱਥਾ ਸ਼ਹੀਦ ਹੁੰਦਾ ਹੈ। ਪਹਿਲੇ 5 ਜੱਥਿਆਂ ਦੇ ਸਿੰਘਾਂ ਦੇ ਸ਼ਹੀਦ ਹੋਣ ਤੋਂ ਬਾਅਦ ਫਿਰ ਵੈਰੀ ਹਵੇਲੀ ਦੇ ਬੂਹੇ ਵੱਲ ਨੂੰ ਵੱਧਦਾ ਹੈ ਤੇ ਇਸ ਵਾਰ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਜੋ ਜ਼ੋਰ ਦਾ ਹਮਲਾ ਕਰਨਾ ਚਾਹੁੰਦੇ ਹਨ। ਉਸਦੇ ਡਾਕਰੇ ਦੇ ਉੱਤੇ ਗੁਰਦੇਵ ਦੇ ਸ਼ੇਰਾਂ ਦੇ ਵਿੱਚੋਂ ਇੱਕ ਹੋਰ ਜੱਥਾ ਹਵੇਲੀ ਤੋਂ ਬਾਹਰ ਨਿਕਲਦਾ ਹੈ। ਇਸ ਗਿਣਤੀ ਦੇ ਵਿੱਚ ਸਭੇ 6 ਸਿੱਖ ਸਨ, ਪਰ ਗੁਰੂ ਜੀ ਦੇ ਬਖਸ਼ਿਸ਼ ਨਾਲ ਉਹ 6 ਸਿੱਖਾਂ ਨੇ ਲੱਖਾਂ ਦਾ ਮੁਕਾਬਲਾ ਕੀਤਾ। ਇਸ ਤੋਂ ਬਾਅਦ ਤੀਸਰਾ ਜੱਥਾ ਸਿੰਘਾਂ ਦਾ ਨਿਕਲਦਾ ਹੈ ਤੇ 3 ਜੱਥਿਆਂ ਤੋਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਫਿਰ ਨਿਕਲਦੇ ਹਨ ਤੇ ਸਾਹਿਬਜ਼ਾਦਾ ਅਜੀਤ ਸਿੰਘ ਜਦੋਂ ਆ ਕੇ ਨਿਕਲਦੇ ਹਨ ਤੇ ਉਸ ਸਾਹਿਬਜ਼ਾਦਾ ਦੀ 18 ਸਾਲ ਦੀ ਉਮਰ, ਕੋਈ 17 ਲਿਖਦਾ। ਮੈਂ ਫਿਰ ਬੇਨਤੀ ਕਰਦੇ ਹਾਂ ਕਿ ਉਮਰਾਂ ਦੇ ਤਕਾਜ਼ੇ ਨਹੀਂ ਹੁੰਦੇ, ਅੰਦਰ ਜੁਰਤ ਦਾ ਤਕਾਜ਼ਾ ਹੁੰਦਾ ਹੈ। ਉਹਦਾ ਰੂਪ ਡੁੱਲ ਪੈਂਦਾ ਸਾਹਿਬਜ਼ਾਦਾ ਅਜੀਤ ਸਿੰਘ ਦਾ, ਅੰਗ ਅੰਗ ਉਹਦਾ ਜੋਸ਼ ਵਿੱਚ ਫਰਕ ਰਿਹਾ ਤੇ ਨੈਣਾ ਵਿੱਚ ਉਹਦੇ ਅੰਗਿਆਰ ਭੜਕ ਰਹੇ ਹਨ। ਉਸ ਵੇਲੇ ਇਹ ਲੱਗਦਾ ਸੀ ਕਿ ਮਨ ਦੇ ਵਿੱਚ ਕੋਈ ਵੱਡਾ ਕਾਰਨਾਮਾ ਕਰਨ ਦੀ ਤਿਆਰੀ ਕਰਕੇ ਬੈਠੇ ਹਨ ਤੇ ਆ ਕੇ ਕਲਗੀਧਰ ਪਾਤਸ਼ਾਹ ਦੇ ਅੱਗੇ ਖੜੇ ਹੋ ਗਏ ਤੇ ਆ ਕੇ ਸੋਹਣ ਸਿੰਘ ਸੀਤਲ ਦੇ ਜਿਹੜੀਆਂ ਸਤਰਾਂ ਲਿਖੀਆਂ ਹਨ, ਕਹਿੰਦੇ ਨੇ ਹੱਥ ਬੰਨ ਕਹਿੰਦਾ ਪਿਤਾ ਜੀ ਮੈਂ ਫਤਿਹ ਬੁਲਾਵਾਂ, ਹੁਣ ਦਿਆ ਆ ਗਿਆ ਸਤਿਗੁਰੂ ਮੈਂ ਰਣ ਵਿੱਚ ਜਾਵਾਂ। ਮੈਂ ਰਤ ਦੀ ਹੋਲੀ ਖੇਡ ਕੇ ਚਾਹ ਦਿਲ ਦੇ ਲਾਵਾਂ, ਜੋ ਉਠੀਆਂ ਆਨ ਹਜ਼ੂਰ ਦੇ ਉਹ ਭੰਨਾ ਬਾਵਾਂ। ਮੈਂ ਜਿਉਂਦੇ ਝੋਲੀ ਮੌਤ ਦੀ ਗਿਣ ਗਿਣ ਕੇ ਪਾਵਾਂ। ਮੈਂ ਧੁਨਖੋਂ ਛੱਡਾਂ ਅਗਰਮਾਨ ਅਗ ਝੱਲੀ ਲਾਵਾਂ। ਮੈਂ ਪਾਲਾਂ ਗਜ ਨਾਮ ਦੀ ਨਾ ਜਿੱਤਿਆ ਜਾਵਾਂ। ਮੈਂ ਉਜਲਾ ਕਰਨਾ ਜਗਤ ਵਿੱਚ ਦਾਦੇ ਦਾ ਨਾਵਾਂ। ਕਲਗੀਧਰ ਪਾਤਸ਼ਾਹ ਦੇ ਅੱਗੇ ਆ ਕੇ ਖੜਾ ਹੋ ਗਿਆ, ਹਜ਼ੂਰ ਮੈਂ ਆਪਣਾ ਚਰਨ ਕਲਗੀਧਰ ਪਾਤਸ਼ਾਹ ਦੇ, ਆਪਣਾ ਸੀਸ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ। ਦਤਾਰ ਦਾ ਇਤਿਹਾਸਕਾਰ ਲਿਖਦੇ ਨੇ ਕਿ ਦਤਾਰ ਦਾ ਤਾਂ ਲੂੰ ਇਸ ਤਰ੍ਹਾਂ ਸੀ ਪ੍ਰਫੁੱਲਤ ਹੋ ਗਿਆ, ਪੁੱਤਰ ਨੂੰ ਛਾਤੀ ਨਾਲ ਲਾਇਆ ਤੇ ਕਹਿਣ ਲੱਗੇ ਲਾਲ ਜੀਓ, ਜਦ ਮੈਂ ਆਪਣੇ ਗੁਰਦੇਵ ਪਿਤਾ ਨੂੰ ਸ਼ਹੀਦ ਹੋਣ ਵਾਸਤੇ ਭੇਜਿਆ ਸੀ ਉਸ ਦਿਨ ਮੈਂ ਇੱਕ ਧਰਮੀ ਪੁੱਤਰ ਬਣਿਆ ਸੀ ਤੇ ਅੱਜ ਉਸੇ ਚਾਅ ਨਾਲ ਤੈਨੂੰ ਮੈਦਾਨੇ ਜੰਗ ਵਿੱਚ ਭੇਜ ਕੇ ਇੱਕ ਧਰਮੀ ਪਿਤਾ ਬਣਨਾ ਚਾਹੁੰਦਾ ਹਾਂ। ਮੈਂ ਅਕਾਲ ਪੁਰਖ ਵਾਹਿਗੁਰੂ ਤੋਂ ਇਹੋ ਹੀ ਹੁਕਮ ਲੈ ਕੇ, ਇਹੋ ਹੀ ਆਗਿਆ ਲੈ ਕੇ ਸੰਸਾਰ ਵਿੱਚ ਆਇਆ ਹਾਂ। ਗੁਰੂ ਪਾਤਸ਼ਾਹ ਜੀ ਨੇ ਇੰਨੀ ਖੁਸ਼ੀ ਨਾਲ ਆਪਣੇ ਪੁੱਤਰ ਨੂੰ ਜੰਗ ਦੇ ਮੈਦਾਨ ਵਿੱਚ ਤੋਰਿਆ, ਜਿੰਨੀ ਖੁਸ਼ੀ ਨਾਲ ਆਪਣੇ ਬੱਚੇ ਦਾ ਕੋਈ ਵਿਆਹ ਕਰਦਾ, ਸ਼ਾਦੀ ਕਰਦਾ, ਆਨੰਦ ਕਾਰਜ ਕਰਦਾ। ਸਾਹਿਬਜ਼ਾਦੇ ਦੇ ਸਿਰ ਉੱਤੇ ਹੀਰਿਆਂ ਜਿਹੜੀ ਕਲਗੀ ਝਲਕ ਰਹੀ ਹੈ, ਮਾਨੋ ਅਸਮਾਨੀ ਸੂਰਜ ਜਿਹੜਾ ਹੈ ਉਹ ਚਮਕਾ ਮਾਰ ਰਿਹਾ ਹੈ। ਇਸ ਗੜੀ ਦੇ ਵਿੱਚੋਂ ਸਾਹਿਬਜ਼ਾਦਾ ਜਦੋਂ ਬਾਹਰ ਨਿਕਲਦਾ ਹੈ ਤੇ ਹੱਥ ਵਿੱਚ ਤਲਵਾਰ, ਤੇ ਸਾਰੀ ਗੱਲ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਦੇਖਿਆ, ਅੱਖਾਂ ਨਾਲ ਵੇਖ ਰਹੇ ਹਨ ਤੇ ਆਪ ਸਾਹਿਬਜ਼ਾਦਾ ਲੜਦਾ ਤੇ ਉਧਰੋਂ ਵਜ਼ੀਰ ਖਾਂ ਦੀ ਫੌਜ ਭੱਜਦੀ ਹੈ ਤੇ ਵਜ਼ੀਰ ਖਾਂ ਕਹਿੰਦਾ ਓਏ ਪਿੱਛੇ ਭੱਜਦਿਆਂ ਸ਼ਰਮ ਨਹੀਂ ਆਉਂਦੀ। ਵਜ਼ੀਰ ਖਾਂ ਆਪਣੇ ਫੌਜੀਆਂ ਨੂੰ ਕਹਿੰਦਾ ਜ਼ਗੀਰਾਂ ਤੇ ਦਰਖਾਹਾਂ ਖਾਂਦਿਆਂ ਤੁਹਾਡੀ ਉਮਰ ਗੁਜ਼ਰ ਗਈ, ਅੱਜ ਸਮਾਂ ਬਣਿਆ ਤਾਂ ਤੁਸੀਂ ਸਿਰ ਤੇ ਪੈਰ ਰੱਖ ਕੇ ਭੱਜ ਤੁਰੇ ਹੋ। 17-18 ਸਾਲ ਦਾ ਇਹ ਬੱਚਾ, ਇਹਦੇ ਸਾਹਮਣੇ ਕੰਡ ਕਰਕੇ ਭੇਡਾਂ ਵਾਂਗੂ ਭੱਜਣਾ, ਇਹ ਤੁਹਾਡੀ ਸੁਰਮਤਾ ਹੀ ਹੈ? ਜਿਉਂਦਾ ਫੜ ਲਓ ਇਹਨੂੰ। ਇਹ ਕੋਈ ਬੱਚਾ 18-17 ਸਾਲ ਦਾ ਬੱਚਾ ਸਾਰਾ, ਦੇਖੋ ਇਹ ਨਿਕਲ ਕੇ ਨਾ ਜਾਏ, ਤਕੜੇ ਹੋਵੋ। ਇਹ ਮਿਹਣੇ ਸੁਣ ਕੇ ਬੈਰੀ ਜਿਹੜਾ ਸੀ ਉਹ ਫਿਰ ਤਿਆਰ ਹੁੰਦਾ ਤੇ ਸਤਿਗੁਰੂ ਪਾਤਸ਼ਾਹ ਦਾ ਸ਼ੇਰ ਜਿਹੜਾ, ਜਿਹਦੇ ਬਾਰੇ ਇਹ ਬੜੇ ਖੂਬਸੂਰਤ ਸਤਰਾਂ ਲਿਖੀਆਂ ਹੋਈਆਂ ਹਨ, ਚੜ ਪਿਆ ਸਾਹਿਬ ਅਜੀਤ ਸਿੰਘ ਹੱਥ ਪਕੜ ਭਵਾਨੀ, ਉਹਦੇ ਮੱਥੇ ਲਾਲੀ ਡਲਕਦੀ ਚੜੀ ਹੋਈ ਚੱਲ ਪਈ ਡੁੱਲ ਰਹੀ ਜਵਾਨੀ, ਉਹਦੇ ਰਤ ਪਲਟਨ ਨੈਣ ਅਗ ਪਏ ਕਾਨੀ, ਉਸ ਧਾਰਿਆ ਰੂਪ ਵਿਰਾੜ ਦਾ ਜਗ ਜਾਪੇ ਫਾਨੀ, ਉਹ ਕਹਿੰਤ ਕੀਤੀ ਚਾਹੁੰਦਾ ਮੌਤ ਦੀ ਰਜਮੀ ਮਹਿਮਾਨੀ, ਉਹ ਕੀਤੀ ਚਾਹੁੰਦਾ ਮੌਤ ਦੀ ਰਜਮੀ ਮਹਿਮਾਨੀ। ਤਾਂ ਅੱਗੇ ਜਾ ਕੇ ਲਿਖਦਾ ਸ਼ਾਇਰ ਨੇ ਬੜੇ ਖੂਬਸੂਰਤ ਗੱਲ ਲਿਖੀ ਹੈ, ਕਹਿੰਦੇ ਉਹਦੀ ਤੇਗ ਮੋਹੇ ਦਿਲ ਵਾਕਿਆ ਜਿੰਦ ਲਵੇ ਨਿਸ਼ਾਨੀ, ਉਹ ਚੁਣ ਚੁਣ ਕੇ ਮਾਰੇ ਸੂਰਮੇ ਵੱਡੇ ਅਭਿਮਾਨੀ, ਅੱਜ ਜਿਉਂਦਾ ਇੱਕ ਨਾ ਛੱਡਣਾ ਉਸ ਦਿਲ ਵਿੱਚ ਠਾਨੀ, ਫਿਰ ਸੋਚੇ ਸਾਰੇ ਮਾਰ ਰੱਖ ਲਈ ਜ਼ਿੰਦਗਾਨੀ, ਤਾਂ ਕਿਸੇ ਨਹੀਂ ਆਖਣਾ ਗੁਰਾਂ ਨੂੰ ਪੁੱਤਰਾਂ ਦਾ ਦਾਨੀ, ਇਹ ਧਾਰ ਸ਼ਹੀਦੀ ਪਾ ਗਿਆ ਖਾ 500 ਕਾਨੀ, ਰਹੋ ਸੀਤਲਾ ਇਤਿਹਾਸ ਵਿੱਚ ਉਹਦੀ ਜਿੰਦਾ ਕੁਰਬਾਨੀ। ਵਾਹ, ਕਲਗੀਧਰ ਪਾਤਸ਼ਾਹ ਦਾ ਲਾਲ, ਉਸ ਕਹਿੰਦੇ ਨੇ ਜਿੱਥੇ ਦੁਸ਼ਮਣ ਦੇ ਇਹ ਮੈਦਾਨ ਵਿੱਚ ਇਹਦੀ ਲਾਸ਼ ਟਿਕਦੀ ਹੈ, ਪਤਾ ਨਹੀਂ ਕਿੰਨੀਆਂ ਕੁ ਦੁਸ਼ਮਣ ਦੀਆਂ ਲਾਸ਼ਾਂ ਦੇ ਢੇਰ ਜਿਹੜੇ ਸਨ ਉਹ ਲੱਗੇ ਹੋਏ ਸਨ। ਹਜ਼ਾਰਾਂ ਦਾ ਖਾਤਮਾ ਕਰਕੇ, ਲੱਖਾਂ ਦਾ ਖਾਤਮਾ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦੀ ਪਾ ਜਾਂਦੇ ਹਨ। ਸਾਰਾ ਸਰੀਰ ਤੀਰਾਂ ਨਾਲ
ਛੰਨੀ ਹੋਇਆ ਪਿਆ ਹੈ। ਇਹ ਕਹਿੰਦੇ ਨੇ, ਮੈਂ ਇਤਿਹਾਸ ਲੰਬਾ ਨਹੀਂ ਕਰ ਰਿਹਾ ਕਿਉਂਕਿ ਇਹਦੇ ਚ ਉਹਦੀ ਕਹਾਣੀ ਹੈ ਵੀ ਕਿਵੇਂ ਉਹਨਾਂ ਦਾ ਪਿੱਛੋਂ ਦੀ ਹਮਲਾ ਕੀਤਾ ਅਜੀਤ ਸਿੰਘ ਦੇ ਉੱਤੇ ਤੇ ਵਰਸ਼ਾ ਮਾਰਿਆ ਪਿੱਛੋਂ ਦੀ ਪਾ ਕੇ। ਉਹ ਇਤਿਹਾਸ ਲੰਬਾ ਹੈ, ਮੈਂ ਸਿਰ ਸਮਾਂ ਹੋ ਰਿਹਾ, ਮੈਂ ਉਸ ਪਾਸੇ ਨੂੰ ਸੰਖੇਪ ਵਾਲੇ ਪਾਸੇ ਨੂੰ ਅੱਗੇ ਨੂੰ ਚੱਲ ਰਿਹਾ ਹਾਂ। ਤੇ ਸਤਿਗੁਰੂ ਜੀ ਜਦੋਂ ਸ਼ਹਾਦਤ ਹੁੰਦੀ ਹੈ, ਕਹਿੰਦੇ ਲਾਲ ਜੀਤ ਤੇਰਾ ਪਿਤਾ ਬਣ ਕੇ ਮੈਂ ਭਾਗਾਂ ਵਾਲਾ ਬਣਿਆ ਹਾਂ, ਤੂੰ ਸੱਚੇ ਅਰਥਾਂ ਵਿੱਚ ਅੱਜ ਮੈਨੂੰ ਅਕਾਲ ਪੁਰਖ ਵੱਲੋਂ ਸੁਰਖਰੂ ਕੀਤਾ ਹੈ। ਇਹੋ ਜਿਹਾ ਪਾਪ ਲੱਭੇਗਾ? ਇੱਕ ਬੇਟਾ ਕੱਟਿਆ ਜਾ ਰਿਹਾ ਹੈ ਤੇ ਬਾਪ ਸ਼ੁਕਰਾਨਾ ਕਰ ਰਿਹਾ ਹੈ। ਤੇ ਦੂਜੇ ਪਾਸੇ ਜੁਝਾਰ ਸਿੰਘ ਜੀ ਵੱਡਾ ਵੀਰ ਸ਼ਹੀਦੀ ਪਾ ਗਿਆ, ਝੱਟ ਹੋ ਗਿਆ ਜੁਝਾਰ ਸਿੰਘ ਤਿਆਰ, ਲਾਈ ਕਲਗੀ ਸੁਨਹਿਰੀ ਸੀਸ ਤੇ, ਪਹਿਨ ਲਏ ਉਸਨੇ 5 ਹਥਿਆਰ, ਚੜੀ ਸੂਰਮੇ ਦੀ ਢਾਕ ਉੱਤੇ ਸੋਭਦੀ, ਫਿਰ ਉਛਲ ਉਛਲ ਤਲਵਾਰ, ਮੱਥਾ ਟੇਕਿਆ ਉਸ ਆਨ ਹਜ਼ੂਰ ਨੂੰ, ਫਤਿਹ ਵਾਹਿਗੁਰੂ ਦੀ ਮੁਖ ਤੋਂ ਉਚਾਰ, ਇਉਂ ਦਿਓ ਆਗਿਆ ਪਿਤਾ ਜੀ, ਜਾਵਾਂ ਜੰਗ ਵਿੱਚ, ਬਾਜਾਂ ਰਿਹਾ ਹੈ ਅਜੀਤ ਮੈਨੂੰ ਮਾਰ, ਸਾਡੀ ਜੋੜੀ ਵਿੱਚ ਭੰਗ ਨਾ ਹੋਵੇ, ਕਰੋ ਪਿਤਾ ਜੀ ਮੇਰੇ ਤੇ ਇਹ ਵੱਡਾ ਉਪਕਾਰ। ਤੇ ਕਲਗੀਧਰ ਪਾਤਸ਼ਾਹ ਦਾ ਜਿਗਰਾ ਦੇਖੋ, ਧੰਨ ਆਪ ਦਾ ਜਿਗਰਾ, 4 ਪੁੱਤਰ, 4 ਵਿੱਚੋਂ ਕੇਵਲ ਇੱਕ ਕੋਲ ਹੈ, 17 ਵਿੱਚੋਂ ਕੇਵਲ ਇੱਕ ਕੋਲ ਹੈ। ਕੁਝ ਉਹ ਵੀ ਪਤਾ ਹੈ ਉਸ ਮੈਦਾਨ ਵਿੱਚ ਜਾ ਕੇ ਲੜਨਾ ਚਾਹੁੰਦਾ ਜਿੱਥੋਂ ਕੋਈ ਵਾਪਸ ਨਹੀਂ ਆ ਸਕਦਾ। ਦੁਸ਼ਮਣ ਇਸ ਕੋਮਲ ਦੇਹ ਦਾ ਕੀ ਹਾਲ ਕਰਨਗੇ ਇਹ ਜਾਣਦੇ ਹਨ। ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ। ਦਤਾਰ ਨੇ ਛੋਟੇ ਸਾਹਿਬਜ਼ਾਦੇ ਨੂੰ ਛਾਤੀ ਨਾਲ ਲਾਇਆ, ਕਹਿਣ ਲੱਗੇ ਜੁਝਾਰ ਸਿੰਘ, ਅਜੀਤ ਸਿੰਘ ਤਾਂ ਜੱਗਾਂ 'ਚ 3 ਜੰਗ ਲੜ ਚੁੱਕਾ ਸੀ ਆਪਣੀ ਉਮਰ ਦੇ। ਪਹਿਲਾਂ ਜਾਬਰ ਖਾਂ ਕੋਲੋਂ ਇੱਕ ਬਾਹਮਣੀ ਛੁਡਾ ਕੇ ਲਿਆਂਦੀ, 3 ਜੰਗ ਉਹਨੇ ਲੜੇ ਹਨ ਅਜੀਤ ਸਿੰਘ ਨੇ ਇਸ ਜੰਗ ਤੋਂ ਪਹਿਲਾਂ। ਤੇ ਤੇਰੀ ਇੱਕ ਦੂਜਾ ਭਾਈ ਬਚਿੱਤਰ ਸਿੰਘ ਨੂੰ ਚੁੱਕ ਕੇ ਲਿਆਂਦਾ ਦੁਸ਼ਮਣ ਦਲਾਂ ਦੇ ਵਿੱਚੋਂ। ਤੇਰੇ ਤੇ ਜ਼ਿੰਦਗੀ 'ਚ ਹਜੇ ਲੜਾਈ ਤਾਂ ਕੋਈ ਲੜੀ ਨਹੀਂ ਗਈ, ਪਰ ਠੀਕ ਹੈ, ਇਹ ਤੇਰੀ ਛਾਤੀ ਬੜੀ ਵੱਡੀ ਹੈ, ਇੰਨੀ ਕੁ ਜਵਾਨ ਹੋ ਗਈ ਹੈ, ਇੱਥੇ ਵੈਰੀ ਦੇ ਲੱਖਾਂ ਤੀਰ 'ਚ ਸਮਾ ਸਕਦੇ ਹਨ। ਲਾਲ ਜੀ ਤੁਹਾਡੇ ਪੜਦਾਦਾ ਜੀ ਦੀ ਤੇਗ ਦੇ ਧਨੀ ਹਨ, ਦਾਦਾ ਜੀ ਦੀ ਤੁਹਾਡੇ ਤੇਗ ਦੇ ਧਨੀ ਦਾਦਾ ਜੀ ਹਨ, ਤੇਰੇ ਹੱਥ ਦੇਖਣ ਲਈ ਉਹ ਤੇਰੇ ਵੱਲ ਵੇਖ ਰਹੇ ਹਨ। ਜਾਓ ਧਰਮੇ ਜਾ ਕੇ ਆਪਣੀ ਸ਼ਹਾਦਤ ਦਿਓ। ਸਾਹਿਬਜ਼ਾਦੇ ਨੇ ਸਤਿਗੁਰ ਦੇ ਚਰਨਾਂ ਨੂੰ ਛੂਹਿਆ ਤੇ ਦਤਾਰ, ਮੈਂ ਦਾਦੇ ਪੜਦਾਦੇ ਦਾ ਨਾਮ ਨੂੰ ਲਾਜ ਨਹੀਂ ਲੱਗਣ ਦਿਆਂਗਾ, ਸਪੂਤ ਹਾਂ, ਸਪੂਤ ਬਣ ਕੇ ਦਿਖਾਵਾਂਗਾ। ਹਜ਼ੂਰ ਨੇ ਸਤਿਗੁਰ ਨੇ ਉਹਨੂੰ ਵੀ ਉਧਰ ਤੋਰ ਦਿੱਤਾ ਹੈ। ਤੋਰ ਕੇ ਤੇ ਜਦੋਂ ਇਹ ਸਾਹਿਬਜ਼ਾਦਾ ਵੀ ਸੰਖੇਪ ਵਿੱਚ ਗੱਲ ਕਰਾਂ, ਇਹ ਵੀ ਸ਼ਹੀਦੀ ਪਾ ਜਾਂਦਾ ਹੈ ਤੇ ਸਤਿਗੁਰੂ ਜੀ ਦੇ ਮੂੰਹ ਚੋਂ ਲਫ਼ਜ਼ ਨਿਕਲਦੇ ਹਨ, ਤੇਰਾ ਕੀਆ ਮੀਠਾ ਲਾਗੇ, ਤੇਰਾ ਕੀਆ ਮੀਠਾ ਲਾਗੇ। ਤੇ ਕਲਗੀਧਰ ਪਾਤਸ਼ਾਹ ਜੀ ਦੇ ਇਸ ਕਲੀਆਂ ਵਾਲੇ ਸਾਹਿਬਜ਼ਾਦੇ ਦੇ ਛੋਟੀ ਸ਼ਹਾਦਤ ਤੋਂ ਬਾਅਦ ਜੋ ਉਸ ਵੇਲੇ ਦਾ ਦ੍ਰਿਸ਼ ਜਿਹੜਾ ਹੈ, ਉਹ ਕਵੀ ਸੋਹਣ ਸਿੰਘ ਸੀਤਲ ਨੇ ਕਮਾਲ ਦਾ ਲਿਖਿਆ। ਹੱਸ ਸ਼ਹੀਦੀ ਪਾ ਗਿਆ ਜਦ ਲਾਲ ਚਟੇਰਾ, ਅੱਖਾਂ ਸਾਹਵੇਂ ਹੋ ਗਿਆ ਉਹ ਬੇਰਾ ਬੇਰਾ, ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਹੁਕਮ ਰਜਾਈ ਚੱਲਣਾ ਸੋ ਕਰੇ ਚੰਗੇਰਾ, ਪੰਥ ਵਸੇ ਮੈਂ ਉਜਣਾ ਮਨ ਚਾਓ ਕਨੇਰਾ, ਹੋਵਾਂ ਤੇਥੋਂ ਸੁਰਖਰੂ ਪ੍ਰਣ ਪਾਲ ਬਥੇ ਉਚੇਰਾ, ਵਾਹ ਵਾਹ ਗੁਰੂ ਗੋਬਿੰਦ ਸਿੰਘ ਧੰਨ ਤੇਰਾ ਜੇਰਾ। ਇਹ ਹੈ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜੋ ਹੁੰਦੀ ਹੈ। ਇਸ ਤੋਂ ਅੱਗੇ ਦਾ ਇਤਿਹਾਸ ਹੋਰ ਲੰਬੇਰਾ ਹੈ, ਜਿਸ ਦਾ ਜ਼ਿਕਰ ਫਿਰ ਕਦੀ ਸਮਾਂ ਮਿਲਿਆ ਆਪ ਜੀ ਦੇ ਨਾਲ ਸਾਂਝਾ ਕਰਾਂਗਾ। ਕਿ ਸਮੇਂ ਦੀ ਨਿਜਾਤ ਨੂੰ ਦੇਖਿਆ ਹੋਇਆ ਇੱਥੇ ਹੀ ਅੱਜ ਸੰਭਾਲ ਨੂੰ ਸੋਚਣਾ ਪਏਗਾ। ਅਗਲੇ ਕੀ ਵਾਪਰਦਾ, ਕਿਸ ਤਰ੍ਹਾਂ ਇਤਿਹਾਸ ਦਾ ਹੁੰਦਾ, ਕਲਗੀਧਰ ਪਾਤਸ਼ਾਹ ਕਿਵੇਂ ਚਮਕੌਰ ਦੀ ਗੜੀ ਖਾਲੀ ਕਰਦੇ ਹਨ, ਇੱਕ ਲੰਬੇਰਾ ਇਤਿਹਾਸ ਹੈ ਜੋ ਗੁਰੂ ਕਿਰਪਾ ਕਰੇ ਫਿਰ ਕਿਤੇ ਆਪ ਜੀ ਨਾਲ ਸਾਂਝਾ ਕਰਨ ਦਾ ਸਮਾਂ ਮਿਲੇਗਾ। ਤੋ ਸਾਕਾ ਸਰਹੰਦ ਦਾ ਅੱਜ ਆਪਾਂ ਜ਼ਿਕਰ ਵੀ ਨਹੀਂ ਕਰ ਸਕੇ, ਅਗਲੀ ਵਾਰੀ ਕਿਤੇ ਵੀ ਸਮਾਂ ਮਿਲਿਆ ਸਾਕਾ ਸਰਹੰਦ ਦੀਆਂ ਗੱਲਾਂ ਵੀ ਆਪ ਜੀ ਦੇ ਨਾਲ ਸਾਂਝੀਆਂ ਜ਼ਰੂਰ ਕਰਾਂਗਾ। ਤੋ ਅੱਜ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਪਾਸੋਂ 2 ਹੱਥ ਜੋੜ ਕੇ ਮਾਫੀ ਮੰਗ ਰਿਹਾ, ਖਿਮਾ ਮੰਗ ਰਿਹਾ ਹਾਂ। ਪਿਆਰ ਸਹਿਤ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।